ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀਓ। ਮਲਾਰ ਮਹੱਲਾ ਪਹਿਲਾ। ਅਸ਼ਟਪਦੀਆਂ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਖਲੀ ਊਂਡੀ ਜਲ ਭਰ ਨਾਲ। ਡੂਗਰ ਉੱਚਾ ਗੜ੍ਹ ਪਾਤਾਲ। ਅਖਲੀ ਊਂਡੀ ਜਲ ਭਰ ਨਾਲ। ਡੂਗਰ ਉੱਚਾ ਗੜ੍ਹ ਪਾਤਾਲ। ਸਾਗਰ ਸੀਤਲ ਗੁਰ ਸ਼ਬਦ ਵਿਚਾਰ। ਮਾਰਗ ਮੁਕਤਾ ਹਉਮੈ ਮਾਰ। ਮੈਂ ਅੰਧਲੇ ਨਾਵੈ ਕੀ ਜੋਤ। ਨਾਮ ਆਧਾਰ ਚੱਲਾ ਗੁਰ ਕੈ ਭੈ ਭੇਤ। ਮੈਂ ਅੰਧਲੇ ਨਾਵੈ ਕੀ ਜੋਤ। ਨਾਮ ਆਧਾਰ ਚੱਲਾ ਗੁਰ ਕੈ ਭੈ ਭੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਆਪ ਜੀ ਵਡਭਾਗੇ ਹੋਂ, ਧੰਤਾ ਦੇ ਯੋਗ ਹੋਂ, ਜੋ ਦੀਨ ਦੁਨੀਆ ਦੇ ਮਾਲਕ ਬਾਦਸ਼ਾਹ ਦਰਵੇਸ਼ ਹੱਕ ਰਗਜੂਰ ਵਾਲੀ ਏ ਦੋ ਜਹਾਨ। ਅੰਮ੍ਰਿਤ ਕੇ ਦਾਤੇ ਸ਼ਮਸ਼ੀਰੇ ਬਹਾਦਰ ਮਰਦ ਅਗੰਬੜੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸ਼ਬਦ ਵਿਚਾਰ ਸਰਵਣ ਕਰਨ ਦੇ ਲਈ ਹਾਜ਼ਰ ਹੋਏ ਹੋ। ਅੱਜ ਦਾ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1274 ਅੰਗ ਤੋਂ ਆਰੰਭ ਹੋ ਕੇ 1275 ਅੰਗ ਤੱਕ ਸੰਪੂਰਨ ਹੋਏਗਾ। ਮਲਾਰ ਰਾਗ ਚੱਲ ਰਿਹਾ ਹੈ। ਮਲਾਰ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਚੱਲ ਰਹੀਆਂ ਹਨ, ਜਿਸ ਦੇ ਵਿੱਚ ਪਹਿਲੇ ਘਰ ਦੇ ਅੰਦਰ 3 ਅਸ਼ਟਪਦੀਆਂ ਅਸੀਂ ਕੱਲ੍ਹ ਤੱਕ ਸੁਣ ਲਈਆਂ ਹਨ। ਅੱਗੇ ਦੂਜੇ ਘਰ ਦੇ ਅੰਦਰ ਪਹਿਲੇ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ 2 ਅੱਗੇ ਹੋਰ ਹਨ। ਇਉਂ ਕੁੱਲ ਮਿਲਾ ਕੇ ਮਲਾਰ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀਆਂ 3 ਅਸ਼ਟਪਦੀਆਂ ਪਹਿਲੇ ਘਰ ਵਿੱਚ, 2 ਅਸ਼ਟਪਦੀਆਂ ਦੂਜੇ ਘਰ ਦੇ ਅੰਦਰ ਹਨ, 5 ਅਸ਼ਟਪਦੀਆਂ ਹਨ। ਆਓ ਦੂਜੇ ਘਰ ਸੁਰਤਾਲ ਦੇ ਅੰਦਰ ਜੋ ਪਹਿਲੀ ਅਸ਼ਟਪਦੀ ਆਰੰਭ ਹੋ ਰਹੀ ਹੈ, ਉਸ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੁੜਦੇ ਹਾਂ। ਹਾਜ਼ਰੀਆਂ ਲਵਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਲਾਰ ਮਹੱਲਾ ਪਹਿਲਾ। ਮਲਾਰ ਰਾਗ ਦਾ ਨਾਮ ਹੈ ਜੀ। ਮਹੱਲਾ ਪਹਿਲਾ ਤੋਂ ਭਾਵ ਪਹਿਲੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਅਸ਼ਟਪਦੀਆਂ ਇਹ ਬਹੁਵਚਨ ਹੈ। ਅਗਰ ਅਸ਼ਟਪਦੀ ਹੁੰਦਾ ਤੇ ਇੱਕ ਵਚਨ ਹੁੰਦਾ। ਅਸ਼ਟਪਦੀਆ ਹੈ ਤੇ ਇਹਦਾ ਮਤਲਬ ਹੈ ਇੱਕ ਤੋਂ ਵੱਧ ਹਨ। ਘਰ ਦੂਜਾ
ਦੂਜੇ ਘਰ ਦੇ ਅੰਦਰ, ਦੂਜੇ ਸੁਰਤਾਲ ਦੇ ਅੰਦਰ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਬੀਜ ਮੰਤਰ ਹੈ। ਜਦੋਂ ਜਨਮ ਸਾਖੀ ਭਾਈ ਬਾਲੇ ਵਾਲੀ ਪੜ੍ਹਦੇ ਹਾਂ, ਪੁਰਾਤਨ ਜਨਮ ਸਾਖੀ, ਜੋ ਸਿੱਖ ਸਾਹਿਤ ਦੇ ਅੰਦਰ ਸਭ ਤੋਂ ਪੁਰਾਣੇ ਲਿਟਰੇਚਰ ਦੇ ਵਿੱਚੋਂ ਪੁਰਾਤਨ ਮੰਨੀ ਜਾਂਦੀ ਹੈ, ਉਸ ਦੇ ਵਿੱਚ ਇੱਕ ਇਤਿਹਾਸਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੇ ਲਈ ਸਿੱਧ ਇੱਕ ਵਾਰ ਚੱਲ ਕੇ ਆਏ। ਅੱਗੇ ਉਸ ਸਮੇਂ ਭਾਈ ਲਹਿਣਾ ਜੀ, ਜੋ ਹਜੇ ਤੱਕ ਗੁਰੂ ਨਹੀਂ ਸਨ ਬਣੇ, ਉਹਨਾਂ ਨੂੰ ਹਜੇ ਗੁਰਿਆਈ ਨਹੀਂ ਸੀ ਮਿਲੀ, ਗੁਰੂ ਅੰਗਦ ਦੇਵ ਨਹੀਂ ਸੀ ਬਣੇ, ਹਜੇ ਭਾਈ ਲਹਿਣਾ ਜੀ ਨਾਮ ਕਰਕੇ ਹੀ ਕਾਰ ਕਰਦੇ ਸਨ, ਸੇਵਾ ਕਰਦੇ ਸਨ। ਉਹਨਾਂ ਨਾਲ ਵਿਚਾਰ ਹੋਈ ਅਤੇ ਉਹਨਾਂ ਨੇ ਫਿਰ ਸਿੱਧਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਬੀਜ ਮੰਤਰ ਕੀ ਹੈ। ਉੱਥੇ ਆਉਂਦਾ ਹੈ, ਉਹ ਕਹਿੰਦੇ ਵੀ ਇੱਕ ਓੰਕਾਰ ਬੀਜ ਮੰਤਰ ਹੈ। ਸਾਡਾ ਨਹੀਂ, ਸਾਰੀ ਦੁਨੀਆ ਦਾ ਹੀ ਬੀਜ ਹੈ ਇਹ। ਜਾਣੀ ਇੱਕ ਪਰਮਾਤਮਾ ਰੱਬ ਓੰਕਾਰ ਜੀ ਤੋਂ ਸਾਰਿਆਂ ਦੀ ਪੈਦਾਇਸ਼ ਹੋਈ, ਜੋ ਸਭ ਦਾ ਪ੍ਰਕਾਸ਼ਕ ਹੈ, ਸਰਬ ਵਿਆਪਕ ਹੈ। ਸਤਿਗੁਰ ਪ੍ਰਸਾਦ, ਉਹਦੀ ਪ੍ਰਾਪਤੀ ਕਿੱਦਾਂ ਹੁੰਦੀ ਹੈ? ਉਹ ਕਹਿੰਦੇ ਆ ਸਤਿਗੁਰ ਪ੍ਰਸਾਦ। ਗੁਰਮਤਿ ਦਾ ਇਹ ਨਜ਼ਰੀਆ ਹੈ, ਗੁਰਮਤਿ ਦਾ ਇਹ ਦ੍ਰਿਸ਼ਟੀਕੋਣ ਹੈ, ਗੁਰਮਤਿ ਦਾ ਇਹ ਸਿਧਾਂਤ ਹੈ ਗੁਰੂ ਘਰ ਦਾ, ਕਿ ਉਸ ਪਰਮਾਤਮਾ, ਉਸ ਵਾਹਿਗੁਰੂ, ਉਸ ਅਕਾਲ ਪੁਰਖ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਭਾਵੇਂ ਕਿ ਗੁਰਸਿੱਖ ਆਪ ਵੀ ਉੱਦਮ ਕਰਦਾ ਹੈ। ਉੱਦਮ ਕਰਨ ਦੇ ਲਈ ਸਾਰਾ ਜੀਵਨ ਉੱਦਮ ਕਰਨ ਦੇ ਲਈ ਹੁਕਮ ਹੈ। ਉੱਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ। ਸਾਰੀ ਜ਼ਿੰਦਗੀ, ਪਰ ਸਾਰੀ ਜ਼ਿੰਦਗੀ ਇਹੀ ਉੱਦਮ ਕਰਨਾ ਹੈ ਕਿ ਮੈਂ ਕੁਛ ਨਹੀਂ ਹਾਂ, ਜੋ ਕੁਛ ਕਰਤਾ ਹੈ ਉਹ ਵਾਹਿਗੁਰੂ ਹੈ, ਮੇਰਾ ਗੁਰੂ ਹੈ। ਜਦੋਂ ਆਪਾ ਗਵਾ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹੈ, ਫਿਰ ਗੁਰੂ ਦੀ ਪ੍ਰਸਾਦ ਜਿਹੜੀ ਕਿਰਪਾ ਵਰਤਦੀ ਹੈ, ਇਹ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਅੱਗੇ ਸ਼ਬਦ ਦੀ ਆਰੰਭਤਾ ਹੋ ਰਹੀ ਹੈ। ਆਖਲੀ ਊਂਡੀ ਜਲ ਭਰ ਨਾਲ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਵਿਖੇ ਸੁਭਾਇਮਾਨ ਸਨ। ਉੱਥੇ ਇਹ ਸ਼ਬਦ ਗੁਰੂ ਜੀ ਨੇ ਉਚਾਰਨ ਕੀਤਾ ਹੈ। ਇਸ ਸ਼ਬਦ ਦੇ ਪਿੱਛੇ ਇੱਕ ਉਥਾਨਕਾ ਹੈ, ਇੱਕ ਇਤਿਹਾਸਕ ਘਟਨਾ ਹੈ ਕਿ ਗੁਰੂ ਜੀ ਦੇ ਕੋਲ ਕੁਝ ਸਕਾਮੀ ਬਿਰਤੀ ਵਾਲੇ, ਜਿਹੜੇ ਕਾਮਨਾਵਾਂ ਦੇ ਭਰੇ ਹੋਏ ਸਨ, ਵੀ ਸਾਨੂੰ ਆਹ ਮਿਲੇ, ਆਹ ਮਿਲੇ, ਆਹ ਮਿਲੇ। ਇੱਦਾਂ ਦੋ ਤਰ੍ਹਾਂ ਦੀ ਬਿਰਤੀ ਹੁੰਦੀ ਹੈ, ਇੱਕ ਨਿਸ਼ਕਾਮ, ਇੱਕ ਸਕਾਮ। ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਿਆ ਕਿ ਪਾਤਸ਼ਾਹ ਜੀਓ, ਕੋਈ ਐਸਾ ਤਰੀਕਾ ਵੀ ਹੈ ਜਿਹਦੇ ਨਾਲ ਸਵਰਗ ਮਿਲ ਜਾਵੇ? ਕੋਈ ਇਸ ਤਰ੍ਹਾਂ ਦੀ ਕਿਰਿਆ ਵੀ ਹੈ ਜਿਹਦੇ ਨਾਲ ਸਵਰਗ ਦੀ ਪ੍ਰਾਪਤੀ ਹੋ ਜਾਏ? ਕੀ ਸਵਰਗ ਮਿਲ ਜਾਣਾ ਬਹੁਤ ਵੱਡੀ ਗੱਲ ਹੈ? ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ, ਗੁਰੂ ਘਰ ਦੇ ਅੰਦਰ ਸਵਰਗ ਦੀ ਇੱਛਾ ਕਰਨੀ ਗੁਰਸਿੱਖ ਦੇ ਲਈ ਇਹ ਜ਼ਰੂਰੀ ਨਹੀਂ ਹੈ। ਗੁਰੂ ਕਾ ਸਿੱਖ ਤਾਂ ਜੀਵਨ ਮੁਕਤ ਵਿੱਚ ਵਿਸ਼ਵਾਸ ਰੱਖਦਾ ਹੈ, ਕਿਉਂਕਿ ਜਿਹੜੇ ਸਵਰਗ ਇਤਿਆਦਿਕ ਨੇ, ਸਵਰਗ ਹੋ ਗਿਆ, ਭਾਵੇਂ ਇੰਦਰਪੁਰੀ ਹੋ ਗਈ, ਭਾਵੇਂ ਕੋਈ ਹੋਰ ਪੁਰੀ ਦੇ ਸੁੱਖ ਹੋ ਗਏ, ਇਹ ਥੋੜ੍ਹੇ ਸਮੇਂ ਲਈ ਹੈ। ਜਿੰਨਾ ਕੁ ਸਮਾਂ ਬੰਦੇ ਦੇ ਕੋਲ ਪੁੰਨ ਹਨ, ਓਨਾ ਸਮਾਂ ਸੁੱਖ ਭੋਗਦਾ। ਜਦੋਂ ਪੁੰਨ ਖਤਮ ਹੋ ਗਏ, ਫਿਰ ਥੱਲੇ ਡਿੱਗ ਦਿੱਤਾ ਜਾਂਦਾ, ਫਿਰ ਉਹੀ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ ਹੈ। ਉੱਥੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਦਾਹਰਨ ਦਿੱਤੀ ਹੈ ਇਸ ਸ਼ਬਦ ਦੇ ਅੰਦਰ। ਕੀ ਕਹਿੰਦੇ? ਅਖਲੀ ਊਂਡੀ ਜਲ ਭਰ ਨਾਲ। ਅਖਲੀ ਇੱਕ ਪੰਛੀ ਦਾ ਨਾਮ ਹੈ ਸਾਧ ਸੰਗਤ ਜੀ, ਕੂੰਜ ਦੀ ਤਰ੍ਹਾਂ ਹੁੰਦਾ ਹੈ, ਬੰਦੇ ਦੇ ਖੜਿਆਂ ਬੰਦੇ ਦੇ ਲੱਕ ਤੱਕ ਆਉਂਦਾ ਹੈ।
ਉਹਨੂੰ ਲਮਢੀਂਗ ਪੰਛੀ ਵੀ ਕਹਿ ਦਿੰਦੇ ਆ, ਗ੍ਰੰਥਾਂ 'ਚ ਲਿਖਿਆ ਮਿਲਦਾ। ਪਰਮੇਸ਼ਰ ਵੱਲੋਂ ਉਹਦੇ ਗਲ ਦੇ ਵਿੱਚ ਇੱਕ ਥੈਲੀ ਬਣੀ ਹੋਈ ਹੈ, ਉਹ ਆਪਣੀ ਥੈਲੀ ਦੇ ਵਿੱਚ ਪਾਣੀ ਭਰ ਲੈਂਦਾ। ਉਹ ਅਖਲੀ ਪੰਛੀ ਹੈ ਜਿਹੜਾ ਲਮਢੀਂਗ ਪੰਛੀ ਹੈ। ਅਤੇ ਜਦੋਂ ਉੱਡਦਾ ਉਹ ਪੰਛੀ ਆਪਣਾ ਪਾਣੀ ਭਰ ਕੇ ਗਲੇ ਦੇ ਅੰਦਰ ਲੈ ਜਾਂਦਾ, ਉਸ ਥੈਲੀ ਦੇ ਅੰਦਰ, ਅਤੇ ਉੱਚੇ ਜਾ ਕੇ ਕਿਤੇ ਬੈਠ ਜਾਂਦਾ, ਪਹਾੜ 'ਤੇ, ਕਿਸੇ ਕਿਲ੍ਹੇ 'ਤੇ, ਕਿਸੇ ਉੱਚੀ ਜਗ੍ਹਾ 'ਤੇ। ਉੱਤੇ ਆਨੰਦ ਮਾਣਦਾ ਥੋੜ੍ਹਾ ਸਮਾਂ, ਪਰ ਪਾਣੀ ਨੇ ਤਾਂ ਆਖਰ ਮੁੱਕਣਾ ਹੀ ਹੁੰਦਾ, ਗਲੇ 'ਚ ਪਿਆ ਕਿੰਨਾ ਕੁ ਪਾਣੀ। ਅਤੇ ਉਹ ਪਾਣੀ ਜਦੋਂ ਉਹਦਾ ਮੁੱਕ ਜਾਂਦਾ ਹੈ, ਫਿਰ ਉਹ ਧਰਤੀ 'ਤੇ ਆਉਂਦਾ, ਥੱਲੇ ਆਉਂਦਾ, ਨਿਮਾਣ 'ਚ ਆਉਂਦਾ, ਫਿਰ ਪਾਣੀ ਭਰਨਾ ਪੈਂਦਾ, ਫਿਰ ਪਾਣੀ ਪੀਣਾ ਪੈਂਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਣ ਉਦਾਹਰਨ ਦਿੱਤੀ, ਕਹਿੰਦੇ ਐ ਪ੍ਰੇਮੀ ਜਨੋ, ਤੁਸੀਂ ਜੋ ਗੱਲ ਕੀਤੀ ਹੈ ਸਵਰਗ ਇਤਿਆਦਿਕ ਦੇ ਜਿਹੜੇ ਸੁੱਖ ਨੇ ਉਹ ਤਾਂ ਇਸੇ ਤਰ੍ਹਾਂ ਦੇ ਹਨ। ਜਿਵੇਂ ਇੱਕ ਅਖਲੀ ਪੰਛੀ ਜਿਹੜਾ ਇੱਕ ਕੂੰਜਨੁਮਾ ਪੰਛੀ ਹੁੰਦਾ ਹੈ, ਆਪਣੀ ਜਲ ਭਰਨਾਲ, ਨਾਲ ਕਹਿ ਦਿੰਦੇ, ਨਾਲੀ ਨੂੰ ਵੀ ਕਹਿ ਦਿੱਤਾ ਜਾਂਦਾ, ਚੁੰਝ ਨੂੰ ਵੀ ਕਹਿ ਦਿੱਤਾ ਜਾਂਦਾ, ਗਲੇ ਦੀਆਂ ਨਾਲੀਆਂ, ਜਾਂ ਆਪਣੇ ਨਾਲ ਭਰ ਕੇ ਲੈ ਜਾਂਦਾ। ਅਖਲੀ ਊਂਡੀ ਜਦੋਂ ਉੱਡਦੀ ਹੈ, ਅਖਲੀ ਪੰਛੀ ਜਦੋਂ ਉੱਡਦਾ ਹੈ ਅਤੇ ਜਲ ਭਰ ਨਾਲ ਆਪਣੇ ਨਾਲ ਜਲ ਭਰ ਕੇ ਲੈ ਜਾਂਦਾ। ਡੂਗਰ ਊਚੋ ਗੜ੍ਹ ਪਾਤਾਲ, ਡੂਗਰ ਕਹਿ ਦਿੰਦੇ ਸਾਧ ਸੰਗਤ ਜੀ, ਡੂਗਰ ਉੱਚਾ, ਡੂਗਰ ਹੁੰਦਾ ਪਹਾੜ, ਕਹਿੰਦੇ ਉੱਚੇ ਪਹਾੜ 'ਤੇ ਵੀ ਜਾ ਚੜ੍ਹਦਾ ਹੈ। ਗੜ੍ਹ, ਗੜ੍ਹ ਕਹਿ ਦਿੰਦੇ ਕਿਲ੍ਹੇ ਨੂੰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿਸੇ ਕਿਲ੍ਹੇ 'ਤੇ, ਉੱਚੀ ਜਗ੍ਹਾ 'ਤੇ ਜਾ ਕੇ ਮੀਨਾਰ 'ਤੇ ਵੀ ਬੈਠ ਗਿਆ। ਫਿਰ ਮਹਾਰਾਜ ਕਹਿੰਦੇ ਪਾਤਾਲ, ਪਰ ਉੱਥੇ ਸਦਾ ਤਾਂ ਨਹੀਂ ਬੈਠਾ ਰਹਿ ਸਕਦਾ, ਉੱਥੋਂ 'ਤੇ ਫਿਰ ਉਹਨੂੰ ਥੱਲੇ ਆਉਣਾ ਪੈਂਦਾ ਹੈ, ਪਤਾਲ ਵਿੱਚ, ਭਾਵ ਨਿਮਾਣ ਦੇ ਵਿੱਚ ਆਉਣਾ ਪੈਂਦਾ ਹੈ। ਇਸੇ ਤਰੀਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਹੈ ਭਾਈ, ਜਿਹੜਾ ਕੋਈ ਬੰਦਾ ਸਕਾਮੀ, ਕੋਈ ਕਾਮਨਾ ਦੇ ਅਧੀਨ ਵੀ ਮੈਨੂੰ ਸਵਰਗ ਮਿਲ ਜਾਏ, ਕੋਈ ਜਪ, ਕੋਈ ਤਪ, ਕੋਈ ਮੰਤਰ, ਕੋਈ ਸਾਧਨਾ ਇਤਿਆਦਿ ਕਰਦਾ ਹੈ, ਠੀਕ ਹੈ, ਉਹਨੂੰ ਉਹ ਅਹੁਦਾ, ਇੰਦਰ ਪਦਵੀ ਦਾ ਰਾਜਾ ਮਹਾਰਾਜਾ ਬਣ ਜਾਂਦਾ ਹੈ, ਪਰ ਉਹ ਸਦਾ ਤਾਂ ਨਹੀਂ ਰਹਿੰਦਾ। ਆਖਰ 'ਤੇ ਜਿਹੜੇ ਪੁੰਨ ਕੀਤੇ ਹੁੰਦੇ ਆ ਮੁੱਕ ਜਾਂਦੇ ਹਨ। ਦੇਵਪੁਰੀ ਦੇ ਵਿੱਚ ਜਦੋਂ ਬੰਦਾ ਦੇਵਤਾ ਬਣ ਜਾਂਦਾ ਹੈ ਜਾਂ ਇਸ ਤਰ੍ਹਾਂ, ਉੱਥੇ ਪੁੰਨ ਨਾ ਵੱਧਦੇ ਨੇ, ਕੀਤੇ ਹੋਏ ਕੰਮਾਂ ਦਾ ਨਾ ਪੁੰਨ ਲੱਗਦਾ ਹੈ, ਨਾ ਜ਼ਿਆਦਾਤਰ ਪਾਪ ਹੀ ਲੱਗਦਾ ਹੈ। ਐਸਾ ਮੰਨਿਆ ਹੈ। ਬਹੁਤ ਵੱਜਰ ਪਾਪ ਹੋ ਜਾਏ, ਕੋਈ ਸਾਧੂ ਵਚਨ ਕਰ ਦਏ, ਫਿਰ ਉਹ ਸਵਰਗ ਦੇ ਦੇਵਤਿਆਂ ਨੂੰ ਵੀ ਲਪੇਟ ਲੈਂਦਾ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਕਿ ਸਹੰਸਰਦਾਨ ਦੇ ਇੰਦਰ ਰੁਆਇਆ, ਇੰਦਰ ਦੇਵਤੇ ਨੂੰ ਵੀ ਉੱਥੇ ਫਿਰ ਲਪੇਟਿਆ, ਕਿਉਂਕਿ ਉਹਨੇ ਵੱਜਰ ਕ੍ਰੈਤ ਐਡੀ ਵੱਡੀ ਕਰ ਦਿੱਤੀ ਸੀ। ਆਮ ਤਰ ਸ਼ਾਸਤਰਾਂ 'ਚ, ਗ੍ਰੰਥਾਂ 'ਚ ਲਿਖਿਆ ਮਿਲਦਾ ਵੀ ਦੇਵਤੇ ਹਨ ਜਿਹੜੇ, ਇਹ ਪਾਪ ਪੁੰਨ ਤੋਂ ਉੱਚੇ ਹੈ, ਪਰ ਜਿੰਨਾ ਕੁ ਚਿਰ ਉੱਥੇ ਰਹਿੰਦੇ ਪਿਛਲੀ ਕੀਤੀ ਕਮਾਈ ਖਜ਼ਾਨੇ ਨੇ ਤਾਂ ਘਟੀ ਜਾਣਾ। ਉਹਨੂੰ ਰਾਜ ਦੇਤਾ ਵੀ ਲੈ ਤੂੰ ਇੰਨਾ ਸਮਾਂ ਰਾਜ ਭੋਗਣਾ। ਹਰ ਰੋਜ਼ ਉਹਦੇ ਰਾਜ ਦਾ ਸੂਰਜ ਛਿਪਦਾ, ਹਰ ਰੋਜ਼, ਆਖਰ ਇੱਕ ਦਿਨ ਮੁੱਕ ਜਾਣਾ ਹੁੰਦਾ। ਮਹਾਰਾਜ ਕਹਿੰਦੇ ਇਸੇ ਤਰੀਕੇ ਭਾਈ, ਜਿਵੇਂ ਇੱਕ ਕੂੰਜਵਤ ਅਖਲੀ ਕਹਿ ਲਈਏ ਪੰਛੀ ਹੁੰਦਾ ਹੈ ਜਿਹੜਾ ਲਮਢੀਂਗ, ਉਹਦੀ ਗਲ ਦੀ ਭਰੀ ਹੋਈ ਪਾਣੀ ਦੀ ਥੈਲੀ ਨੇ ਮੁੱਕ ਜਾਣਾ ਹੁੰਦਾ ਹੈ। ਸਾਗਰ ਸ਼ੀਤਲ ਗੁਰ ਸ਼ਬਦ ਵਿਚਾਰ। ਹੁਣ ਭਾਈ ਕਾਨ੍ਹ ਸਿੰਘ ਨਾਭਾ ਅਤੇ ਡਾਕਟਰ ਭਾਈ ਵੀਰ ਸਿੰਘ ਹੋਣਾ ਇਸ ਨੂੰ ਬੜੇ ਵਧੀਆ ਤਰੀਕੇ ਨਾਲ ਰੂਪਵਾਨ ਕੀਤਾ। ਉਹ ਕਹਿੰਦੇ ਜਿਵੇਂ ਅਖਲੀ ਸਾਰੀਆਂ ਦੀਆਂ ਸਾਰੀਆਂ ਭਰ ਪਾਣੀ ਜਲ ਨਾਲ ਭਰੀਆਂ ਹੋਈਆਂ ਨਾਲੀਆਂ, ਨਦੀਆਂ, ਊਂਡੀ ਰੁੜ੍ਹਦੀਆਂ ਜਾਂਦੀਆਂ ਨੇ, ਨਿਮਾਣ ਵੱਲ ਨੂੰ ਜਾਂਦੀਆਂ ਨੇ। ਡੂਗਰ ਉੱਚੋ ਗੜ੍ਹ ਪਾਤਾਲ, ਕਿਤੇ ਉੱਚਾ ਕਿਤੇ ਨੀਵਾਂ, ਇੱਦਾਂ ਰਸਤੇ ਦੇ ਵਿੱਚ ਉਹਨਾਂ ਦੇ ਆਉਂਦਾ ਹੈ। ਕਿਲ੍ਹਿਆਂ ਵਿੱਚ ਦੀ ਕਈ ਥਾਈਂ ਲੰਘਦੀਆਂ ਜਾਂਦੀਆਂ। ਸਾਗਰ ਸ਼ੀਤਲ ਗੁਰ ਸ਼ਬਦ ਵਿਚਾਰ, ਪਰ ਜਦੋਂ ਉਹ ਜਾ ਕੇ ਸਾਗਰ 'ਚ ਡਿੱਗਦੀਆਂ ਨੇ ਨਾ ਨਦੀਆਂ,
ਉਦੋਂ ਹੀ ਜਾ ਕੇ ਉਹਨਾਂ ਨੂੰ ਟਿਕਾ ਮਿਲਦਾ। ਉਦੋਂ ਪਹਿਲਾਂ ਉਹ ਨਦੀਆਂ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਚੱਲੀ ਜਾਂਦੀਆਂ। ਨਦੀਆਂ ਤੈਵਾ ਪਵੈ ਸਮੁੰਦ ਨਾ ਜਾਣੀਐ, ਸਮੁੰਦ ਸਾ ਸੁਲਤਾਨ। ਸਮੁੰਦਰ ਹੀ ਉਹਨਾਂ ਦਾ ਸ਼ਾਹ ਹੈ, ਸਮੁੰਦਰ ਹੀ ਉਹਨਾਂ ਦਾ ਬਾਦਸ਼ਾਹ ਹੈ। ਇਸੇ ਤਰੀਕੇ ਜਿਹੜਾ ਜੀਵ ਹੈ ਇਹ ਚੱਲ ਰਿਹਾ ਹੈ, ਚੱਲੀ ਜਾ ਰਿਹਾ, ਚੱਲੀ ਜਾ ਰਿਹਾ, ਪਤਾ ਨਹੀਂ ਕਦੋਂ ਕਦਾ ਚੱਲਿਆ ਹੋਇਆ। ਕਦੇ ਡੂਗਰ ਉੱਚੀਆਂ ਸੋਚਾਂ, ਕਦੇ ਕਿਲਿਆਂ ਦਾ ਬਾਦਸ਼ਾਹ ਬਣ ਜਾਂਦਾ, ਕਦੇ ਪਤਾਲਾਂ ਵਿੱਚ ਨੀਵੀਂ ਸੋਚਦਾ। ਪਰ ਇਹ ਜਦੋਂ ਸਾਗਰ ਸ਼ੀਤਲ ਗੁਰ ਸ਼ਬਦ ਵਿਚਾਰੇ ਦੇ ਅੰਦਰ ਜਿਹੜਾ ਸਾਗਰ ਹੈ ਵਿਚਾਰਾਂ ਦਾ, ਕਾਮਨਾਵਾਂ ਦਾ, ਵਿਕਾਰਾਂ ਦਾ, ਇਹ ਉਦੋਂ ਹੀ ਠੱਲਦਾ ਹੈ ਜਦੋਂ ਗੁਰ ਸ਼ਬਦ ਵਿਚਾਰ, ਗੁਰੂ ਸ਼ਬਦੀ ਵਿਚਾਰ ਨਾਲੇ ਗੁਰਸਿੱਖ ਜੀਵ ਜੁੜਦਾ ਹੈ। ਮਸਤਕ ਦੇ ਭਾਗ ਚੰਗੇ ਹੋ ਜਾਂਦੇ, ਗੁਰਸਿੱਖਾਂ ਦੇ ਘਰ ਜਨਮ ਹੋ ਜਾਂਦਾ, ਗੁਰਸਿੱਖੀ ਨਾਲ ਸੰਬੰਧ ਹੋ ਜਾਂਦਾ ਅਤੇ ਗੁਰ ਸ਼ਬਦ ਦੀ ਵਿਚਾਰ ਕਰ ਲੈਂਦਾ ਹੈ। ਗੁਰੂ ਜੀ ਕਹਿੰਦੇ ਉਸ ਵਕਤ ਭਾਈ ਫਿਰ ਇਹ ਸ਼ੀਤਲ ਹੁੰਦਾ ਹੈ, ਹਿਰਦਾ ਠੰਡਾ ਹੁੰਦਾ ਹੈ। ਮਾਰਗ ਮੁਕਤਾ ਹਉਮੈ ਮਾਰ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਮਾਰਗ ਮੁਕਤਾ, ਮੁਕਤੀ ਦਾ ਮਾਰਗ, ਮੁਕਤੀ ਦੇ ਮਾਰਗ ਦੀ, ਰਸਤੇ ਦੀ ਪ੍ਰਾਪਤੀ ਕਿਵੇਂ ਹੁੰਦੀ? ਹਉਮੈ ਮਾਰ। ਗੁਰੂ ਜੀ ਕਹਿੰਦੇ ਭਾਈ ਹਉਮੈ ਨੂੰ ਮਾਰ ਲੈ। ਜਿਹੜਾ ਤੇਰੀ ਜ਼ਿੰਦਗੀ ਦਾ ਮਾਰਗ ਹੈ, ਮੁਕਤਾ ਜਣੀ ਮੋਕਲਾ ਖੁੱਲ੍ਹਾ ਹੋ ਜਾਏਗਾ, ਜੀਵਨ ਜਿਉਣ ਦਾ ਤਰੀਕਾ ਤੈਨੂੰ ਆ ਜਾਏਗਾ। ਕਦੋਂ? ਜਦੋਂ ਤੇਰੀ ਹਉਮੈ ਮਰ ਜਾਏਗੀ, ਫਿਰ ਤੇਰੀ ਸੋਚ ਹੈ ਜਿਹੜੀ ਵਿਸ਼ਾਲ ਹੋ ਜਾਏਗੀ। ਜਿਹੜਾ ਆਪਣੇ ਆਪ ਨੂੰ ਕੁਝ ਜਾਣਦਾ ਹੈ, ਆਪਸ ਕੋ ਦੀਰਘ ਕਰ ਜਾਣਾ ਹੈ, ਔਰਨ ਕੋ ਲਗਮਾਤ, ਇਹ ਤੇਰਾ ਭਰਮ ਟੁੱਟ ਜਾਏਗਾ। ਮੈਂ ਅੰਧਲੇ ਨਾਵੈ ਕੀ ਜੋਤ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਂ ਅੰਧਲੇ ਨਾਵੈ ਕੀ ਜੋਤ। ਭਾਈ ਜਿਵੇਂ ਕਿਸੇ ਬੰਦੇ ਦੇ ਪ੍ਰਤੱਖ ਸਾਹਮਣੇ ਦਿਸਣ ਵਾਲੇ ਮੂੰਹ 'ਤੇ ਲੱਗੇ ਹੋਏ ਨੇਤਰ, ਅੱਖਾਂ ਨਾ ਹੋਣ, ਉਹਨੂੰ ਫਿਰ ਕੋਈ ਨਾ ਕੋਈ ਰਾਹ ਦਿਖਾਉਣ ਵਾਲਾ ਚਾਹੀਦਾ। ਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਮੈਂ ਅੰਧਲੇ, ਮੈਂ ਪਣੇ ਦੇ ਵਿੱਚ ਜੀਵ ਅੰਨਾ ਹੋਇਆ ਫਿਰਦਾ, ਅਗਿਆਨਤਾ, ਉਹਦੇ ਕੋਲ ਨੇਤਰ ਹੈ ਨਹੀਂ ਪ੍ਰੇਮ ਦੇ, ਸ਼ਰਧਾ ਦੇ। ਫਿਰ ਹੁਣ ਇਹ ਜੀਵ ਅੰਨਾ ਹੈ, ਅੰਨੇ ਬੰਦੇ ਨੇ ਠੋਕਰਾਂ ਹੀ ਖਾਣੀਆਂ ਨੇ, ਡਿੱਗਦਾ ਫਿਰਦਾ ਹੁੰਦਾ। ਅੰਨੇ ਬੰਦੇ ਦਾ ਜੀਵਨ ਕਿਸੇ ਦੇ ਸਹਾਰੇ ਹੁੰਦਾ, ਬੜਾ ਔਖਾ ਹੁੰਦਾ। ਦੁਨਿਆਵੀ ਤੌਰ 'ਤੇ ਜਿਹਦੇ ਨੇਤਰ ਨਾ ਹੋਣ ਉਹਨੂੰ ਵੀ ਕਿੰਨਾ ਔਖਾ ਹੋ ਜਾਂਦਾ। ਹਾਲਾਂਕਿ ਆ ਬਾਹਰੀ ਤੌਰ 'ਤੇ ਜਿਹਦੇ ਨੇਤਰ ਨਾ ਹੋਣ ਉਹਨਾਂ ਨੂੰ ਗੁਰੂ ਘਰ 'ਚ ਤਾਂ ਇੰਨਾ ਸਤਿਕਾਰ ਮਿਲਦਾ ਕਿ ਉਹਨਾਂ ਨੂੰ ਸੂਰਮੇ ਕਿਹਾ ਜਾਂਦਾ। ਸੂਰਮਾ ਸ਼ਬਦ ਬੜਾ ਮਾਣ ਸਨਮਾਨ ਮਿਲਦਾ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਬੜੇ ਪਹਿਲਾਂ ਤੋਂ ਕਈ ਸਾਰੇ ਕੀਰਤਨੀ ਐਸੇ ਰਹੇ ਜਿਨ੍ਹਾਂ ਦੇ ਆ ਬਾਹਰੀ ਨੇਤਰ ਨਹੀਂ ਸਨ। ਹੁਣ ਵੀ ਇਸ ਤਰ੍ਹਾਂ ਦੇ ਤੁਹਾਨੂੰ ਜੱਥੇ ਮਿਲ ਜਾਣਗੇ। ਭਾਵੇਂ ਕਿ ਬਾਹਰੀ ਨੇਤਰਾਂ ਤੋਂ ਬਿਨਾਂ ਔਖਾ ਹੈ, ਪਰ ਫਿਰ ਵੀ ਕੁਝ ਨਾ ਕੁਝ ਕੰਮ ਚੱਲ ਜਾਂਦਾ। ਪਰ ਜਿਹੜੇ ਸੁਰਤ ਦੇ ਲੋਚਨ ਹੈ ਨਾ, ਜਿਹੜੇ ਪ੍ਰੇਮ ਦਾ, ਵੈਰਾਗ ਦਾ, ਵਿਵੇਕ ਦਾ ਇਹ ਨੇਤਰ ਹੈ, ਜੇ ਇਹ ਨਾ ਹੋਣ ਤਾਂ ਫਿਰ ਇੱਕ ਕਦਮ ਪੁੱਟਣਾ ਵੀ ਔਖਾ ਹੋ ਜਾਂਦਾ ਸਾਧ ਸੰਗਤ ਵਿੱਚ। ਆਹ ਸਾਹਮਣੇ ਵਾਲੀਆਂ ਅੱਖਾਂ ਭਾਵੇਂ ਜਿੰਨੀਆਂ ਮਰਜ਼ੀ ਤੇਜ਼ ਹੋਣ, ਜਿੰਨਾ ਮਰਜ਼ੀ ਦੂਰ ਤੱਕ ਦੇਖਣ ਵਾਲਾ ਹੋਵੇ, ਅੱਖਾਂ ਦੀ ਬਿਨਾਈ ਰੌਸ਼ਨੀ ਬੜੀ ਤਕੜੀ ਹੋਵੇ, ਪਰ ਵਿਕਾਰਾਂ ਦੇ ਖੂਹ 'ਚੋਂ ਡਿੱਗਣੋਂ ਕੌਣ ਬਚਾਊਗਾ ਉਹਨੂੰ? ਬਾਹਰੀ ਖੂਹ 'ਚੋਂ ਤਾਂ ਬਚ ਜਾਏਗਾ, ਪਰ ਉਹ ਤਾਂ ਇਹ ਅੱਖਾਂ ਹੀ ਟੋਏ ਪੱਟਦੀਆਂ ਜਾਂਦੀਆਂ। ਜਿੱਧਰ ਦੇਖਣਾ ਬੁਰਾਈ ਦੇਖਣਾ, ਮਾੜਾ ਹੀ ਤੱਕਣਾ, ਖੂਹੇ ਤਾਂ ਪੱਟੀ ਜਾਂਦਾ। ਇਸ ਲਈ ਗੁਰੂ ਜੀ ਕਹਿੰਦੇ ਹਨ ਮੈਂ ਅੰਧਲੇ ਨਾਵੈ ਕੀ ਜੋਤ। ਮੈਂ ਅੰਨਾ ਹਾਂ, ਮੇਰੇ ਕੋਲ ਉਹ ਦਿਵ ਦ੍ਰਿਸ਼ਟੀ ਨਹੀਂ ਹੈ ਜੋ ਦ੍ਰਿਸ਼ਟੀ ਮੈਨੂੰ ਮੇਰਾ ਪਾਤਸ਼ਾਹ ਦੇ ਰਿਹਾ ਹੈ। ਨਿਗੁਰੇ ਬੰਦੇ ਕੋਲ ਦ੍ਰਿਸ਼ਟੀ ਨਹੀਂ ਹੁੰਦੀ। ਪਰ ਫਿਰ ਹੁਣ ਜੋਤ ਕਾਹਦੀ ਮਿਲਦੀ ਹੈ? ਨਾਵੈ ਕੀ ਜੋਤ। ਗੁਰੂ ਜੀ ਕਹਿੰਦੇ ਨਾਮ,
ਜਿਹੜਾ ਜਪਣਾ ਨਾ ਨਾਮ ਵਾਹਿਗੁਰੂ ਵਾਹਿਗੁਰੂ, ਜਾਂ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਜਾਂ ਕੋਈ ਹੋਰ ਬਾਣੀ ਪੜ੍ਹਨੀ, ਇਹ ਬਾਣੀ ਚਾਨਣ ਹੈ। ਗੁਰਬਾਣੀ ਇਸ ਜਗ ਮਹਿ ਚਾਨਣ ਆਖਿਆ ਮਹਾਰਾਜ ਨੇ। ਫਿਰ ਨਾਵੈ ਕਿ ਜੋਤ, ਇਸ ਨਾਮ ਦੀ ਲਾਈਟ, ਇਸ ਨਾਮ ਦੀ ਰੌਸ਼ਨੀ, ਇਸ ਨਾਮ ਦੀ ਜਿਹਨੂੰ ਕਹਿ ਦਿਓ ਕਿ ਚਾਨਣ ਜੀਵ ਦੇ ਲਈ ਸਹਾਈ ਹੁੰਦੀ ਹੈ। ਨਾਮ ਆਧਾਰ ਚੱਲਾ ਗੁਰ ਕੈ ਭੈ ਭੇਤ, ਕਹਿੰਦੇ ਨਾਮ ਆਧਾਰ ਚੱਲਾ, ਨਾਮ ਦੇ ਆਸਰੇ ਚੱਲਦਾ ਫਿਰ ਜੀਵ। ਗੁਰ ਕੈ ਭੈ, ਗੁਰੂ ਦੇ ਭੈ ਵਿੱਚ ਰਹਿ ਕੇ, ਗੁਰੂ ਦੇ ਡਰ ਵਿੱਚ ਰਹਿ ਕੇ। ਇਹ ਨਿਰਮਲ ਭਉ ਜਿਹੜਾ ਗੁਰੂ ਕਾ ਹੈ ਨਾ, ਇਹ ਨਹੀਂ ਕਿ ਬੇਖੌਫ ਚੱਲਦਾ ਗੁਰੂ ਕਾ ਸਿੱਖ। ਹੋਏਗਾ ਕੋਈ ਐਸਾ ਜਿਹੜਾ ਬੇਖੌਫ ਹੋਵੇ? ਖੌਫ ਆਪਣੇ ਗੁਰੂ ਦਾ, ਆਪਣੇ ਰੱਬ ਦਾ ਹਮੇਸ਼ਾ ਦਿਲ 'ਚ ਵਸਾ ਕੇ ਰੱਖਣਾ। ਬਾਬਾ ਕਬੀਰ ਜੀ ਕਹਿੰਦੇ ਮੈਨੂੰ ਡਰ ਬੜਾ ਲੱਗਦਾ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬੱਗ ਬੈਠੇ ਆਏ। ਕਹਿੰਦੇ ਮੈਨੂੰ ਡਰ ਇਸ ਗੱਲ ਦਾ ਲੱਗ ਰਿਹਾ ਹੈ ਕਿ ਜਿਹੜੇ ਕੰਮ ਲਈ ਮੈਂ ਆਇਆ ਉਹ ਕੰਮ ਹੋ ਨਹੀਂ ਰਿਹਾ। ਮੇਰਾ ਦਿਲ ਥਰ ਥਰ ਕਰਕੇ ਕੰਬਦਾ ਹੈ। ਜਾਂ ਤਤਵਿਤੇ ਮਹਾਂਪੁਰਸ਼ ਸੰਪਰਦਾਈ ਵਿਦਵਾਨ ਥਰ ਹਰ, ਇਹਨੂੰ ਵੱਖਰਾ ਕਰਕੇ ਪਾਠ, ਹਰ ਦਾ ਅਰਥ ਹੁੰਦਾ ਪਾਣੀ, ਥਰ ਦਾ ਅਰਥ ਹੈ ਥਾਲੀ। ਥਾਲੀ ਦੇ ਵਿੱਚ ਪਿਆ ਹੋਇਆ ਪਾਣੀ ਜਿਵੇਂ ਕੰਬਦਾ, ਕਿਤੇ ਥਾਲੀ 'ਚ ਪਾਣੀ ਪਾ ਕੇ ਤੁਰ ਕੇ ਤੇ ਦੇਖਿਓ ਕਿਵੇਂ ਕੰਬਦਾ ਹੈ। ਜਿਵੇਂ ਥਾਲੀ ਦੇ ਵਿੱਚ ਪਿਆ ਹੋਇਆ ਬਰਤਨ, ਭਾਂਡੇ ਦੇ ਵਿੱਚ ਪਿਆ ਹੋਇਆ ਪਾਣੀ ਕੰਬਦਾ ਹੁੰਦਾ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਥਰ ਹਰ ਕੰਪੈ ਬਾਲਾ ਜੀਓ। ਬਾਲਾ ਜੀਓ ਇਹ ਜਿਹੜਾ ਬੱਚਾ ਮਨ ਹੈ ਕੰਬਦਾ, ਹੁਣ ਡਰਦਾ ਹੈ। ਕਿਉਂ? ਨਾ ਜਾਨੋ ਕਿਆ ਕਰਸੀ ਪੀਓ। ਹੁਣ ਇਹ ਨਹੀਂ ਪਤਾ ਕਿ ਪੀਓ ਨੇ ਪ੍ਰਮਾਤਮਾ ਨੇ ਕੀ ਕਰਨਾ, ਕਿਉਂਕਿ ਜਿਹੜਾ ਕੰਮ ਕਰਨ ਲਈ ਆਇਆ ਸੀ ਉਹ ਕੀਤਾ ਨਹੀਂ, ਅਤੇ ਫਿਰ ਮਨ ਉੱਥੇ ਕੰਬਦਾ। ਬਾਬਾ ਫਰੀਦ ਜੀ ਕਹਿੰਦੇ ਸ਼ੇਖ ਲੰਘੰਦੇ ਪਾਰ ਗੋਰੀ ਮਨ ਧੀਰੀ ਹੈ, ਕਲਵਤ ਵੰਨੇ ਪਾਸੇ ਕੰਚਨ ਵੰਨੇ ਪਾਸੇ ਕਲਵਤ ਚੀਰੀ ਹੈ। ਕਹਿੰਦੇ ਸੋਨੇ ਵਰਗੇ ਪਾਸਿਆਂ ਵਾਲਿਆਂ ਨੂੰ ਕਲਵੱਤਰ ਕਹਿ ਦਿੰਦੇ ਆ। ਸਾਧ ਸੰਗਤ ਜੀ ਆਪਣਾ ਜਿਹੜਾ ਆਰਾ ਹੁੰਦਾ ਹੈ, ਕਹਿੰਦੇ ਜਿਵੇਂ ਆਰੇ ਨਾਲ ਚੀਰਿਆ ਜਾਂਦਾ ਹੈ। ਇਹ ਇੱਕ ਅਲੰਕਾਰ ਹੈ। ਇਹ ਅਲੰਕਾਰ ਦੇ ਰਾਹੀਂ ਸਮਝਾ ਰਹੇ ਨੇ। ਇਸ ਕਰਕੇ ਗੁਰੂ ਕਾ ਸਿੱਖ ਹੈ ਜਿਹੜਾ, ਉਹ ਨਾਮ ਆਧਾਰ ਚੱਲਾ ਗੁਰ ਕੈ ਭੈ ਭੇਤ, ਗੁਰੂ ਦੇ ਡਰ 'ਚ ਚੱਲਦਾ, ਹੁਕਮ 'ਚ ਚੱਲਦਾ। ਉਹਨੂੰ ਪਤਾ ਮੇਰੇ ਤੋਂ ਗਲਤੀ ਹੋ ਜਾਏ ਤੇ ਬਖਸ਼ਾਉਣੀ ਹੈ। ਤਾਂ ਹੀ ਤਦੇ ਗੁਰੂ ਕਲਗੀਧਰ ਮਹਾਰਾਜ ਨੇ ਪੰਥ ਦੀ ਮਰਿਆਦਾ ਬੰਨ੍ਹੀ ਹੈ। ਅਗਰ ਕਿਤੇ ਗਲਤੀ ਹੋ ਜਾਏ ਡਰ ਕੇ ਚੱਲਣਾ, ਪੰਥ ਤੋਂ ਝੁਕ ਕੇ ਹੀ ਚੱਲਣਾ। ਜੋ ਪੰਥ ਕਹਿ ਦੇ ਅਗਰ ਗਲਤੀ ਹੋ ਜਾਏ ਤੇ ਪੰਜ ਪਿਆਰਿਆਂ ਅੱਗੇ ਸਿਰ ਝੁਕਾ ਕੇ ਮਾਫੀ ਮੰਗ ਕੇ ਕਹਿਣਾ ਮੇਰੇ ਤੋਂ ਗਲਤੀ ਹੋਈ ਹੈ, ਉਹ ਬਖਸ਼ ਦੇਣਗੇ। ਬਖਸ਼ਿੰਦਾ ਉਹ ਪੰਚਨਮੋ ਮੇਰੋ ਹੈ ਵਾਸਾ, ਭਾਈ ਨੰਦ ਲਾਲ ਜੀ ਦੇ ਰਹਿਤਨਾਮਿਆਂ ਦੇ ਵਿੱਚ ਮਹਾਰਾਜ ਦੇ ਹੁਕਮ ਮਿਲਦੇ ਹਨ। ਪੰਜਾਂ ਦੇ ਵਿੱਚ ਮੇਰਾ ਵਾਸਾ ਹੈ, ਪੰਥ ਦੇ ਵਿੱਚ ਮੇਰਾ ਵਾਸਾ ਹੈ, ਪੰਥ ਅੱਗੇ ਸਿਰ ਝੁਕਾ ਕੇ ਰਹੋ। ਇਹ ਬਖਸ਼ਿੰਦਾ ਹੈ ਅਗਰ ਇਹਦੇ ਭੈ ਭਾਵਨੀ ਵਿੱਚ ਰਹੀਏ ਤਾਂ। ਇਉਂ ਗੁਰੂ ਮਹਾਰਾਜ ਜੀ ਕਹਿਣ ਲੱਗੇ ਨਾਮ ਆਧਾਰ ਚੱਲਾ, ਨਾਮ ਦੇ ਆਸਰੇ ਚੱਲੇ ਹਾਂ। ਗੁਰ ਕੈ ਭੈ ਭੇਤ, ਗੁਰੂ ਦੇ ਭੈ ਵਿੱਚ, ਗੁਰੂ ਦੇ ਡਰ ਵਿੱਚ। ਅਤੇ ਭੇਤ ਜਿਹੜਾ ਗੁਰੂ ਨੇ ਮੈਨੂੰ ਭੇਤ ਰਹੱਸ ਸਮਝਾ ਦਿੱਤਾ ਜੀਵਨ ਦਾ, ਵੀ ਇਉਂ ਚੱਲੀ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਜਿਹੜਾ ਮਾਰਗ ਹੈ ਖੰਡੇ ਤੋਂ ਤਿੱਖਾ ਹੈ, ਵਾਲ ਤੋਂ ਨਿੱਕਾ ਹੈ, ਇਸ ਮਾਰਗ 'ਤੇ ਚੱਲਣਾ। ਉਹ ਕੀ ਹੈ? ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਇਹ ਭੇਤ ਦੱਸੇ ਗੁਰੂ ਸਾਹਿਬ ਨੇ ਕਿ ਨਿਰਾਲਾਪਨ ਕੀ ਹੈ ਜੀਵਨ ਦੇ ਵਿੱਚ। ਔਖਾ ਇਹ ਮਾਰਗ 'ਤੇ ਕਮਾਉਣਾ। ਕੀ ਉਹ ਕੀ ਹੈ? ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ। ਲੱਭ ਹੁੰਦਾ ਖਾਣ ਦਾ ਲਾਲਚ, ਲੋਭ ਹੁੰਦਾ ਪਦਾਰਥਾਂ ਨੂੰ ਇਕੱਠੇ ਕਰਨ ਦਾ ਲਾਲਚ।
ਅਹੰਕਾਰ ਤਜ ਤ੍ਰਿਸ਼ਨਾ, ਅਹੰਕਾਰ ਨੂੰ ਛੱਡਣਾ, ਤ੍ਰਿਸ਼ਨਾ ਨੂੰ ਛੱਡਣਾ, ਅਤੇ ਨਾਲ ਬਹੁਤ ਨਾ ਹੀ ਬੋਲਣਾ। ਢੰਡੋਰਾ ਵੀ ਨਹੀਂ ਪਿੱਟੀ ਜਾਣਾ ਵੀ ਲਓ ਜੀ ਮੈਂ ਖਾਣਾ, ਮੈਂ ਨਹੀਂ ਬਹੁਤਾ ਖਾਂਦਾ ਜੀ, ਮੈਨੂੰ ਤ੍ਰਿਸ਼ਨਾ ਨਹੀਂ ਹੈ ਜੀ, ਮੈਂ ਨਾ, ਚੁੱਪ ਕਰਕੇ ਅੱਗੇ ਮਾਰਗ ਚਲਤ ਹਰੇ ਹਰ ਗਾਈ, ਅੱਗੇ ਅੱਗੇ ਚੱਲੀ ਚਲੋ। ਇਹ ਮਾਰਗ ਹੈ, ਇਹ ਗੁਰ ਕੈ ਭੇਤ। ਇਸ ਤਰੀਕੇ ਦੇ ਨਾਲ ਗੁਰੂ ਨੇ ਜੋ ਜੀਵਨ ਦੱਸ ਦਿੱਤਾ, ਇਹ ਭੇਤ ਨੂੰ ਸਮਝ ਕੇ ਅੱਗੇ ਚੱਲੇ ਜਾਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓਂਕਾਰ ਤੋਂ 18 10 20 ਤੱਕ ਸੰਪੂਰਨ ਬਾਣੀ ਜੀਵਨ ਦੇ ਭੇਤ ਸਮਝਾਉਂਦੀ ਹੈ, ਜੀਵਨ ਦੇ ਰਹੱਸ ਖੋਲ੍ਹਦੀ ਹੈ। ਜੀਵਨ ਦੀਆਂ ਗੁੱਝੀਆਂ ਗੱਲਾਂ ਨੇ ਜਿਹੜੀਆਂ ਉਹ ਗੁਰਬਾਣੀ ਸਮਝਾਉਂਦੀ ਹੈ, ਦੱਸਦੀ ਹੈ ਕਿ ਇਸ ਤਰੀਕੇ ਚੱਲ, ਇਸ ਤਰੀਕੇ ਚੱਲ। ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ ਹਨ। ਸਤਿਗੁਰ ਸ਼ਬਦੀ ਪਦ ਰਜਾਨ। 1275 ਅੰਗ 'ਤੇ ਗੁਰੂ ਮਹਾਰਾਜ ਜੀ ਕਹਿ ਰਹੇ ਸਤਿਗੁਰ ਸ਼ਬਦੀ ਪਦ ਰਜਾਨ। ਗੁਰੂ ਦੇ ਸ਼ਬਦ ਦੇ ਰਾਹੀਂ ਪੱਧਰ, ਰਸਤਾ ਹੈ, ਪੰਧ ਹੈ ਜਿਹੜਾ, ਪੈਂਡਾ ਹੈ ਜਿਹੜਾ, ਇਹੀ ਹੀ ਪੱਧਰਾ ਜਾਣ ਲੈ ਤੂੰ। ਅਗਰ ਗੁਰੂ ਦੀ ਸ਼ਬਦ ਦੀ ਰੌਸ਼ਨੀ ਤੋਂ, ਅਗਰ ਗੁਰੂ ਦੇ ਗਿਆਨ ਤੋਂ ਤੂੰ ਕਿਤੇ ਥੋੜ੍ਹਾ ਜਿਹਾ ਇੱਧਰ ਉੱਧਰ ਵੀ ਹੋ ਗਿਆ, ਕਿਤੇ ਨਾ ਕਿਤੇ ਪੈਰ ਤੇਰਾ ਤਿਲਕ ਜਾਣਾ, ਕਿਤੇ ਨਾ ਕਿਤੇ ਡਿੱਗ ਜਾਣਾ। ਅਤੇ ਜਿੱਥੇ ਵੀ ਤੇਰਾ ਪੈਰ ਫਸਿਆ, ਇਹ ਨਾ ਸਮਝੀ ਵੀ ਮੈਂ ਫਸਣਾ ਨਹੀਂ, ਫਸ ਜਾਂਦਾ ਬੰਦਾ। ਗੁਰੂ ਦੇ ਸ਼ਬਦ ਤੋਂ ਬਾਹਰ ਜਦੋਂ ਚੱਲਦਾ ਹੈ ਉਦੋਂ ਫਿਰ ਗਲਤੀ ਹਮੇਸ਼ਾ ਹੁੰਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਸਤਿਗੁਰ ਸ਼ਬਦੀ ਪਦ ਰਜਾਨ। ਗੁਰੂ ਦੇ ਸ਼ਬਦ ਦੇ ਰਾਹੀਂ ਜੀਵਨ ਜਿਹੜਾ ਬੰਦੇ ਦਾ ਚੱਲਣਾ ਹੈ, ਇਹੀ ਪੱਧਰਾ ਰਸਤਾ ਹੈ, ਇਹੀ ਗਾਡੀ ਰਾਹ ਹੈ, ਇਹ 'ਤੇ ਤੂੰ ਚੱਲੀ ਜਾ। ਐਸਾ ਰਾਹ ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਣਾ ਗਏ ਹਨ। ਸਿਰ ਲੱਥ ਯੋਧੇ ਸੂਰਮੇ ਬਣਾ ਕੇ ਗੁਰੂ ਕਿਆ ਸਿੱਖਾ, ਇਸ ਮਾਰਗ 'ਤੇ ਚੱਲੀ ਜਾ। ਇਹ ਉਹ ਮਾਰਗ ਹੈ ਜਿਸ ਮਾਰਗ ਦੇ ਉੱਤੇ ਚੱਲਦਿਆਂ ਚੱਲਦਿਆਂ ਆਪਣੇ ਆਪ ਨੂੰ ਬੰਦ ਬੰਦ ਜਿੰਨਾ ਕਟਾ ਲਏ, ਖੋਪਰੀਆਂ ਲਹਾ ਲਈਆਂ, ਉਹਨਾਂ ਸ਼ਹਾਦਤ ਦੇ ਕੇ ਗਵਾਹੀ ਦੇ ਦਿੱਤੀ ਕਿ ਇਹੋ ਹੀ ਰਾਹ ਠੀਕ ਹੈ, ਇਸੇ 'ਤੇ ਜਾਣਾ। ਗੁਰ ਕੈ ਤਕੀਐ ਸਾਚੈ ਤਾਣ। ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰ ਕੈ ਤਕੀਐ, ਗੁਰੂ ਦਾ ਆਸਰਾ, ਗੁਰੂ ਦਾ ਭਰੋਸਾ। ਸਾਚੈ ਤਾਣ, ਸੱਚੇ ਵਾਹਿਗੁਰੂ ਦਾ ਤਾਣ ਜੋਰ, ਬਸ ਇਹੀ ਹੈ। ਗੁਰ ਕੈ ਤਕੀਐ, ਗੁਰੂ ਦਾ ਭਰੋਸਾ, ਬਸ। ਸੱਚੈ ਤਾਣ, ਸੱਚੇ ਵਾਹਿਗੁਰੂ ਦਾ ਜ਼ੋਰ। ਮੇਰੀ ਕੋਈ ਜ਼ੋਰ ਨਹੀਂ, ਮੇਰੀ ਕੋਈ ਚਤਰਾਈ ਨਹੀਂ, ਮੇਰੀ ਕੋਈ ਤਾਕਤ ਨਹੀਂ। ਗੁਰੂ ਕੈ ਤਕੀਐ, ਮੇਰੇ ਕੋਲ ਕੋਈ ਹੋਰ ਆਸਰਾ ਨਹੀਂ, ਗੁਰੂ ਦਾ ਹੀ ਆਸਰਾ ਬਸ। ਜਦੋਂ ਇਉਂ ਚੱਲਦਾ ਹੈ, ਜਦੋਂ ਗੁਰੂ ਦੇ ਭਰੋਸੇ ਚੱਲਦਾ, ਫਿਰ ਸੱਚੈ ਤਾਣ, ਸੱਚੇ ਵਾਹਿਗੁਰੂ ਦਾ ਤਾਣ ਉਹਦੀ ਤਾਕਤ ਨਾਲ ਚੱਲਦੀ ਹੈ। ਫਿਰ ਜਦੋਂ ਆਪ ਕਹਿੰਦਾ ਮੈਂ ਕੁਛ ਕਰਨ ਯੋਗ ਹਾਂ, ਮੈਂ ਕੁਝ ਕਰ ਲਵਾਂਗਾ, ਫਿਰ ਉਹਨਾਂ ਸਮਾਂ ਇਹ ਮਾਰਾਂ ਖਾਂਦਾ, ਇਹ ਡਿੱਗਦਾ। ਅਤੇ ਜਦੋਂ ਕਹਿ ਦਿੰਦਾ ਮੈਂ ਤਾਂ ਕੁਛ ਵੀ ਨਹੀਂ, ਹੇ ਵਾਹਿਗੁਰੂ, ਹੇ ਸਤਿਗੁਰੂ, ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਸਭ ਕੁਛ ਹੋ, ਫਿਰ ਕੀ ਹੁੰਦਾ? ਸਾਚੈ ਤਾਣ, ਸੱਚੇ ਵਾਹਿਗੁਰੂ ਦੀ ਤਾਕਤ ਨਾਲ ਕੰਮ ਕਰਦੀ ਹੈ। ਜਦੋਂ ਗੁਰੂ ਦੇ ਆਸਰੇ, ਇਤਿਹਾਸ ਗਵਾਹ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਇੱਕ ਜੰਗ ਕਿਤੇ ਹੋਇਆ, ਛੋਟਾ ਜਿਹਾ ਜੰਗ ਹੋਇਆ, ਫੌਜ ਚੜ੍ਹ ਕੇ ਆਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨੂੰ ਆਖਿਆ ਵੀ ਗੱਲ ਸੁਣੋ ਵੀ ਸਿੰਘੋ, ਆਹ ਟਿਕਾਣਾ ਜਿਹੜਾ ਆਹ ਲਾਈਨ ਮਾਰ ਦਿੱਤੀ ਮਹਾਰਾਜ ਨੇ, ਇੱਦੋਂ ਕਹਿੰਦੇ ਅੱਗੇ ਨਹੀਂ ਜਾਣਾ, ਜੋ ਮਰਜ਼ੀ ਹੋ ਜੇ। ਜਦੋਂ ਫੌਜ ਇੱਥੋਂ ਅੱਗੇ ਆ ਗਈ ਤੁਹਾਡੇ ਵੱਲ ਤਾਂ ਲੜਨਾ ਹੈ, ਜਦੋਂ ਇੱਦੋਂ ਪਰਾਂ ਪਿੱਛੇ ਭੱਜ ਗਈ ਫੌਜ ਅਤੇ ਆਹ ਲਾਈਨ ਤੋਂ ਪਾਰ ਨਹੀਂ ਤੁਸੀਂ ਜਾਣਾ, ਜੋ ਮਰਜ਼ੀ ਹੋ ਜੇ, ਉਰਾਂ ਉਰਾਂ ਰਹਿਣਾ, ਤੁਹਾਡੀ ਜਿੱਤ ਪੱਕੀ ਹੈ। ਕਹਿੰਦੇ ਜੀ ਠੀਕ ਹੈ। ਫੌਜ ਆਈ ਚੜ੍ਹ ਕੇ, ਜਦੋਂ ਲਾਈਨ ਤੋਂ ਅੱਗੇ ਆਈ, ਸਿੰਘਾਂ ਨੇ ਉੱਤੇ ਹਮਲਾ ਕੀਤਾ, ਲੜਦੇ ਲੜਦੇ ਕਾਫੀ ਅੱਗੇ ਤੱਕ ਚਲੇ ਗਏ ਸਿੰਘਾਂ ਨੇ, ਪਰ ਗੁਰੂ ਦੇ ਭਰੋਸੇ ਦੇ ਨਾਲ ਉਹਨਾਂ ਨੂੰ ਪਿੱਛੇ ਨੂੰ ਧੱਕਦੇ 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 ਉਹ ਲਾਈਨ ਤੱਕ ਲੈ ਗਏ, ਪਿੱਛੇ ਤੱਕ। ਤਾਂ ਹੁਣ ਜਿੱਥੇ ਤੱਕ ਮਹਾਰਾਜ ਨੇ ਹੱਦ ਦੱਸੀ ਸੀ ਉੱਥੇ ਤੱਕ ਧੱਕ ਕੇ ਲੈ ਗਏ, ਪਰ ਕੁਝ ਹੁਣ ਉਸ ਵੇਲੇ ਲੜਾਈ ਦੇ ਵਿੱਚ ਜੋਸ਼ ਜ਼ਿਆਦਾ ਹੁੰਦਾ, ਪਰ ਗੁਰੂ ਜੀ ਨੇ ਬੜੇ ਤਰੀਕੇ ਸਮਝਾਏ ਵੀ ਜੋਸ਼ ਦੇ ਨਾਲ ਹੋਸ਼ ਬੜਾ ਲਾਜ਼ਮੀ ਹੈ। ਗੁਰੂ ਕਾ ਸਿੱਖ ਵਿਆਹ ਵਿੱਚ ਹੈ, ਉਦੋਂ ਵੀ
ਉਹਦੀ ਸੁਰਤ 'ਚ ਗੁਰੂ ਦਾ ਹੁਕਮ ਵੱਜਦਾ ਰਹਿਣਾ ਚਾਹੀਦਾ। ਕਿਸੇ ਬੱਚੇ ਦੇ ਜਨਮ ਵਿੱਚ ਹੈ, ਖੁਸ਼ੀ ਵਿੱਚ ਹੈ, ਤਾਂ ਵੀ ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਉਹਦੇ ਸੁਰਤ ਵਿੱਚ ਵੱਜਦਾ ਰਹਿਣਾ ਚਾਹੀਦਾ। ਕਦੇ ਜੀਵਨ ਦੇ ਵਿੱਚ ਔਖੀ ਘਟਨਾ ਆ ਜਾਏ, ਕਈ ਵਾਰ ਆਉਂਦਾ, ਉਦੋਂ ਵੀ ਗੁਰੂ ਦੇ ਸ਼ਬਦ ਦਾ ਉਹਦੇ ਸੁਰਤ ਵਿੱਚ ਵਾਸਾ ਹੋਣਾ ਚਾਹੀਦਾ। ਤਦੇ ਜਦੋਂ ਰਹਿਤ ਮਰਿਆਦਾ ਪੜ੍ਹਦੇ ਹਾਂ, ਸਿੱਖ ਰਹਿਤ ਮਰਿਆਦਾ, ਉਹਦੇ ਵਿੱਚ ਲਿਖਿਆ ਹੈ ਕਿ ਗੁਰੂ ਕੇ ਸਿੱਖ ਨੇ ਹਰ ਕਾਰਜ ਦੇ ਵਿੱਚ ਆਨੰਦ ਸਾਹਿਬ ਪੜ੍ਹਨਾ ਹੀ ਪੜ੍ਹਨਾ ਹੈ, ਅਰਦਾਸ ਕਰਨੀ ਹੈ। ਬੱਚੇ ਦਾ ਜਨਮ ਹੈ ਤਾਂ ਵੀ, ਬੱਚੇ ਦਾ ਆਨੰਦ ਕਾਰਜ ਹੈ ਤਾਂ ਵੀ, ਕੋਈ ਬਜ਼ੁਰਗ ਪੁਰਾਣੀ ਚੜ੍ਹਾਈ ਕਰ ਗਿਆ ਤਾਂ ਵੀ ਅਰਦਾਸ ਕਰਨੀ ਓ ਕਰਨੀ ਹੈ। ਇਹ ਕੋਈ ਜੰਗ ਹੈ ਤਾਂ ਵੀ ਉਹਦੇ ਵਿੱਚ, ਜੰਗ ਵਿੱਚ ਵੀ, ਯੁੱਧ ਵਿੱਚ ਵੀ ਉਹਨੇ ਇਹ ਰੱਖਣਾ ਵੀ ਗੁਰੂ ਦੀ ਰੌਸ਼ਨੀ ਤੋਂ ਬਾਹਰ ਨਾ ਹੋਵਾਂ। ਤਾਂ ਉਹ ਜਦੋਂ ਲੜਦੇ ਲੜਦੇ ਕੁਝ ਇਸ ਤਰ੍ਹਾਂ ਦਾ ਲੜਾਈ ਐਸੀ ਆਈ ਕਿ ਉਹ ਜਿੱਥੇ ਤੱਕ ਮਹਾਰਾਜ ਨੇ ਆਖਿਆ ਸੀ ਉਦੋਂ ਪਿੱਛੇ ਤੱਕ, ਪਰਾਂ ਤੱਕ ਲੈ ਗਏ ਧੱਕ ਕੇ ਉਹਨੂੰ, ਉਹਨਾਂ ਨੂੰ ਲੜਨ ਵਾਲਿਆਂ ਨੂੰ। ਜਿੱਥੇ ਤੱਕ ਮਹਾਰਾਜ ਨੇ ਲਾਈਨ ਕੱਢੀ ਸੀ ਉਹ ਲਾਈਨ ਛੱਡ ਕੇ ਕਾਫੀ ਦੂਰ ਤੱਕ ਉਹਨਾਂ ਨੂੰ ਲੱਗਿਆ ਵੀ ਇਹਨਾਂ ਨੂੰ ਧੱਕ ਕੇ ਲੈ ਜਾਈਏ ਪਿੱਛੇ ਤੱਕ, ਇਹਨਾਂ ਨੂੰ ਹੁਣ ਤਾਂ ਬੜੇ ਹੱਥ ਚੜ੍ਹ ਗਏ ਹੁਣ ਇਹਨਾਂ ਤੋਂ ਕੀ ਘਬਰਾਉਣਾ। ਬਸ ਐਸਾ ਹੀ ਹੋਇਆ। ਜਦੋਂ ਸਾਧ ਸੰਗਤ ਜੀ ਉਹ ਇਉਂ ਅੱਗੇ ਵੱਧਦੇ ਗਏ, ਅੱਗੇ ਫੌਜ ਨੇ ਪੈਰ ਅਡਾ ਲਏ ਅਤੇ ਇਹਨਾਂ ਦੇ ਜਿਹੜੇ ਜਿੱਤਦੇ ਜਾ ਰਹੇ ਸੀ ਇਹਨਾਂ ਵੱਲ ਦੁਬਾਰਾ ਚੜ੍ਹ ਕੇ ਆ ਗਈ ਫੌਜ। ਜਿਉਂ ਫੌਜ ਚੜ੍ਹ ਕੇ ਆਈ ਫਿਰ ਇਹਨਾਂ ਦਾ ਕਾਫੀ ਨੁਕਸਾਨ ਹੋਇਆ, ਅੱਗੇ ਵੱਧਦੀ ਆਈ। ਇਉਂ ਇਹਨਾਂ ਦੇ ਬਿਲਕੁਲ ਕਹਿ ਲਓ ਕਿ ਸਿਰ ਚੜ੍ਹਿਆ ਹੀ। ਉੱਧਰੋਂ ਗੁਰੂ ਕਲਗੀਧਰ ਮਹਾਰਾਜ ਨੇ ਆਪਣਾ ਘੋੜਾ ਪਿੱਛੇ ਮੋੜ ਲਿਆ, ਮਹਾਰਾਜ ਪਿੱਛੇ ਕਾਫੀ ਚਲੇ ਗਏ ਅਤੇ ਸਿੰਘਾਂ ਨੇ ਨਜ਼ਰ ਮਾਰੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਦਿਸ ਨਹੀਂ ਰਹੇ। ਦੇਖਿਆ ਉਹ ਹੋ ਮਹਾਰਾਜ ਤੇ ਹੋ ਪਿੱਛੇ ਚਲੇ ਗਏ ਘੋੜਾ ਲੈ ਕੇ। ਫਿਰ ਘੋੜੇ ਦੌੜਾਏ ਮਹਾਰਾਜ ਦੇ ਪਿੱਛੇ ਸੱਚੇ ਪਾਤਸ਼ਾਹ। ਉੱਤੇ ਫੌਜ ਚੜ੍ਹ ਕੇ ਆ ਗਈ ਸਿਰ 'ਤੇ, ਸਿੰਘਾਂ ਦੇ ਉੱਤੇ ਹਾਵੀ ਹੋ ਰਹੀ ਹੈ ਫੌਜ। ਤੁਸੀਂ ਮਹਾਰਾਜ, ਤੁਹਾਡੇ ਸਿੰਘ, ਤੁਹਾਡਾ ਖਾਲਸਾ, ਸੱਚੇ ਪਾਤਸ਼ਾਹ ਦਸਮੇਸ਼ ਪਿਤਾ ਜੀ ਤੁਸੀਂ ਕਿਰਪਾ ਕਰੋ, ਤੁਸੀਂ ਵਾਪਸ ਆਓ, ਤੁਹਾਡੇ ਬਿਨਾਂ ਨਹੀਂ। ਫਿਰ ਮਹਾਰਾਜ ਨੇ ਉੱਥੇ ਆਖਿਆ, ਕਹਿੰਦੇ ਗੱਲ ਤਾਂ ਮੰਨਦੇ ਨਹੀਂ ਤੁਸੀਂ, ਤੁਹਾਨੂੰ ਵਚਨ ਕੀਤਾ ਸੀ ਉਹ ਤੋਂ ਅੱਗੇ ਨਹੀਂ ਜਾਣਾ, ਉਹ ਤੋਂ ਪਰੇ ਕਿਉਂ ਗਏ ਤੁਸੀਂ, ਕਿਉਂ ਇੱਦਾਂ ਕੀਤਾ। ਫਿਰ ਉਹਨਾਂ ਆਖਿਆ ਸੱਚੇ ਪਾਤਸ਼ਾਹ ਜੀ ਚਲੋ ਮਾਫੀ ਦੇ ਦਿਓ, ਸਿੱਖ ਬਖਸ਼ਣ ਦਾ, ਸਿੱਖ ਭੁੱਲਣਹਾਰ ਹੈ, ਗੁਰੂ ਜੀ ਤੁਸੀਂ ਬਖਸ਼ਣਹਾਰ ਹੋ, ਬਖਸ਼ਣ ਦਿਓ, ਬਖਸ਼ ਲਓ ਪਾਤਸ਼ਾਹ, ਹੇ ਬਾਜਾਂ ਵਾਲੇ ਦਸਮੇਸ਼ ਪਿਤਾ। ਫਿਰ ਮਹਾਰਾਜ ਕਿਹੜਾ, ਮਾਂ ਆਪਣੇ ਬੱਚੇ ਨੂੰ ਰਵਾਉਣ ਵਾਸਤੇ ਥੋੜ੍ਹਾ, ਉਹ ਸਿੱਖਿਆ ਦੇਣ ਵਾਸਤੇ ਕਈ ਵਾਰੀ ਥੋੜ੍ਹੀ ਜਿਹੀ ਸਖਤੀ ਵਰਤਦੀ ਹੈ। ਮਹਾਰਾਜ ਫਿਰ ਉਹਦੀ ਗਏ ਅਤੇ ਆਪਣੇ ਖਪਰੇ ਤੀਰ ਕੱਢੇ ਮਹਾਰਾਜ ਨੇ, ਜਦੋਂ ਚਲਾਏ ਅਤੇ ਜਿੱਤ ਹੋ ਗਈ ਸਿੰਘਾਂ ਦੀ। ਚਲੋ ਹੁੰਦੀ ਉਹ ਹੈ ਹਮੇਸ਼ਾ, ਖਾਲਸੇ ਨੂੰ ਜਿੱਤ ਬਖਸ਼ੀ ਹੈ, ਪੰਥ ਕੀ ਜੀਤ ਹਮੇਸ਼ਾ ਰਹੇਗੀ। ਅਰਦਾਸ ਵਿੱਚ ਹਮੇਸ਼ਾ ਰੋਜ਼ ਸਿੱਖ 2 ਟਾਈਮ 3 ਟਾਈਮ 4 ਟਾਈਮ ਜਦੋਂ ਵੀ ਅਰਦਾਸ ਕਰਦਾ ਹੈ, ਪੰਥ ਕੀ ਜੀਤ ਕਹਿੰਦਾ ਹੀ ਕਹਿੰਦਾ ਅਰਦਾਸ ਦੇ ਵਿੱਚ। ਪਰ ਮਹਾਰਾਜ ਕਹਿੰਦੇ ਗੁਰ ਕੈ ਤਕੀਆ, ਜਦੋਂ ਗੁਰੂ ਦੇ ਤਕੀਆ ਜਾਣੀ ਭਰੋਸੇ ਵਿੱਚ ਰਹੀਏ, ਸੱਚ ਹੈ ਤਾਣ, ਫਿਰ ਸੱਚੇ ਵਾਹਿਗੁਰੂ ਅਕਾਲ ਪੁਰਖ ਦਾ ਤਾਣ, ਉਹਦੀ ਤਾਕਤ ਪਿੱਛੇ ਚੱਲਦੀ ਕੰਮ ਕਰਦੀ ਹੈ। ਜਦੋਂ ਗੁਰੂ ਦੇ ਵਿਸ਼ਵਾਸ 'ਚੋਂ, ਗੁਰੂ ਦੇ ਭਰੋਸੇ ਤੋਂ ਬਾਹਰੇ ਚਲੇ ਜਾਈਏ ਵੀ ਮੈਂ ਕੁਛ ਕਰ ਲਵਾਂਗਾ, ਉਦੋਂ ਫਿਰ ਕਈ ਵਾਰ ਗਲਤੀ ਹੁੰਦੀ ਹੈ, ਉਦੋਂ ਸਾਧ ਸੰਗਤ ਜੀ ਡਿੱਗੀ ਦਾ ਹੈ। ਨਾਮ ਸੰਭਾਲ ਸਰੂੜੀ ਬਾਣ, ਨਾਮ ਸੰਭਾਲ ਰੂੜੀ ਬਾਣ। ਰੂੜੀ ਹੁੰਦੀ ਹੈ ਸੋਹਣੀ ਸੁੰਦਰ, ਬਾਣ ਹੁੰਦੀ ਹੈ ਆਦਤ। ਕਹਿੰਦੇ ਨਾਮ ਨੂੰ ਸਾਂਭਣਾ ਇਹ ਚੰਗੀ ਆਦਤ ਹੈ, ਚੰਗੀ ਬਾਣ ਹੈ, ਬਹੁਤ ਚੰਗੀ ਆਦਤ ਹੈ ਇਹ ਬਾਣ ਆਦਤ। ਹਰਿਆਣੇ ਵਿੱਚ ਬਾਣ ਸ਼ਬਦ ਬੜਾ ਵਰਤਦੇ ਆ, ਬਾਣ ਵੀ ਇਹ ਬਾਣ ਹੈ ਆਦਤ ਦੇ ਰੂਪ ਵਿੱਚ। ਜਦੋਂ ਕੋਸ਼ਾਂ ਵਿੱਚ ਵੀ ਬਾਣ ਦੇ ਅਰਥ ਆਦਤ ਮਿਲ ਜਾਣਗੇ। ਨਾਮ ਸੰਭਾਲਸ ਰੂੜੀ ਬਾਣ, ਚੰਗੀ ਬਾਣ ਆਦਤ ਹੈ ਜਣੀ ਨਾਮ ਨੂੰ ਜਪਣਾ, ਨਾਮ ਨੂੰ ਸਾਂਭਣਾ ਹਿਰਦੇ 'ਚ, ਮਾੜੀ ਆਦਤ ਨਹੀਂ। ਕੋਈ ਆਖੇ ਨਾਮ ਜਪੀ ਜਾਂਦਾ ਵਾਰ ਵਾਰ ਵਾਹਿਗੁਰੂ, ਇਹ ਮਾੜੀ ਆਦਤ ਹੈ ਨਾ, ਗੁਰੂ ਜੀ ਕਹਿੰਦੇ ਚੰਗੀ ਬਾਣ ਹੈ ਜਪ, ਰੂੜੀ ਬਾਣ। ਬਾਣ ਦਾ ਅਰਥ ਨਾਨੇ ਨੂੰ ਹੁਸ਼ਿਆਰੀ ਬਾਣੀ ਵੀ ਬਣ ਜਾਏਗਾ। ਕਹਿੰਦੇ ਨਾਮ ਨੂੰ ਸੰਭਾਲੋ ਅਤੇ ਸੋਹਣੀ ਸੁੰਦਰ ਬਾਣੀ ਆਪਣੀ
ਬਾਣੀ ਦੇ ਰਾਹੀਂ, ਗੁਰੂ ਦੀ ਬਾਣੀ ਦੇ ਰਾਹੀਂ ਜਿਵੇਂ ਗੁਰਬਾਣੀ ਦੱਸਦੀ ਹੈ ਉਸ ਤਰੀਕੇ ਦੇ ਨਾਲ ਨਾਮ ਜਪੋ। ਬਾਣੀ ਜ਼ੁਬਾਨ ਰਸਨਾ ਦੇ ਨਾਲ ਕਹਿ ਲਓ ਕਿ ਆਪਣੀ ਬੋਲੀ ਦੇ ਨਾਲ ਵੈਖਰੀ ਬਾਣੀ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ, ਮੱਧਮਾਂ ਦੇ ਨਾਲ ਜਪੋ, ਪਛੰਤੀ ਦੇ ਨਾਲ ਜਪੋ, ਪਰਾਰੂਪ ਦੇ ਬਾਣੀ ਦੇ ਨਾਲ ਜਪੋ, ਉਹਦੇ ਨਾਮ ਨੂੰ ਜਪਦੇ ਰਹੋ। ਥੈਂ ਭਾਵੈ ਦਰ ਲਹਿਸ ਪਿਰਾਣ, ਤੈਨੂੰ ਭਾਵੇ ਤਾਂ ਦਰ, ਹੇ ਵਾਹਿਗੁਰੂ ਤੇਰਾ ਦਰ, ਤੇਰਾ ਦਰਵਾਜ਼ਾ ਲਹਿਸ ਜਣੀ ਲੈ ਲੈਂਦਾ ਹੈ। ਪਿਰਾਣ ਕਹੀਏ ਪ੍ਰਾਣੀ, ਇਹ ਪ੍ਰਾਣੀ ਹੇ ਵਾਹਿਗੁਰੂ ਜੀ ਜੋ ਪ੍ਰਾਣਾਧਾਰੀ ਹੈ, ਜਿਹਦੇ ਅੰਦਰ ਸਵਾਸਾਂ ਦੀ ਡੋਰੀ ਚੱਲਦੀ ਹੈ, ਸਵਾਸਾਂ ਦੇ ਨਾਲ ਚੱਲਣ ਵਾਲਾ, ਪ੍ਰਾਣਾਂ ਦੇ ਨਾਲ ਚੱਲਣ ਵਾਲਾ ਪ੍ਰਾਣੀ। ਮਹਾਰਾਜ ਕਹਿੰਦੇ ਥੈਂ ਭਾਵ ਹੈ ਜੇ ਤੈਨੂੰ ਪਾ ਜਾਏ। ਦਰ ਲਹਿਸ ਪਿਰਾਣ, ਇਹ ਪ੍ਰਾਣੀ ਦਰ ਪ੍ਰਾਪਤ ਕਰ ਲੈਂਦਾ, ਤੇਰਾ ਘਰ, ਤੇਰਾ ਦਰ, ਤੇਰਾ ਦਰਵਾਜ਼ਾ। ਥੈਂ ਭਾਵ ਹੈ ਇਹ ਵਾਹਿਗੁਰੂ, ਇਹ ਅਕਾਲ ਪੁਰਖ ਵਾਹਿਗੁਰੂ ਦਰ ਲਹਿਸ ਪਿਰਾਣ, ਇਹਨੂੰ ਤੇਰੀ ਥਾਂ, ਤੇਰੀ ਸਾਧ ਸੰਗਤ ਜਦੋਂ ਭਾਵ ਹੈ ਭਾ ਜਾਂਦੀ ਹੈ ਨਾ, ਥੈਂ ਦਾ ਅਰਥ ਫਿਰ ਥਾਂ ਟਿਕਾਣਾ ਵੀ ਹੈ, ਉਹ ਫਿਰ ਤੇਰੇ ਦਰਵਾਜ਼ੇ ਨੂੰ ਪਾ ਲੈਂਦਾ, ਤੇਰਾ ਦਰ ਹੈ ਸਾਧ ਸੰਗਤ। ਊਡਾਂ ਬੈਸਾ ਏਕ ਲਿਵਤਾਰ, ਉੱਡਣਾ ਬੈਠਣਾ, ਜਿਹੜੀ ਉੱਠਣਾ ਬੈਠਣਾ ਜਾਂ ਕਿਤੇ ਉੱਚੇ ਚੜ੍ਹ ਜਾਣਾ, ਬਹੁਤ ਉੱਚੀ ਸੁਰਤ ਹੋ ਜਾਣੀ ਜਾਂ ਬਹੁਤ ਉੱਚਾ ਹੋ ਜਾਣਾ, ਉਹਦੇ ਕਰਕੇ ਉਡਾਰੀਆਂ ਮਾਰਨੀਆਂ, ਸੁੱਖਾਂ ਕਰਕੇ, ਦੁਨੀਆ ਦਾ ਹਰ ਸੁੱਖ। ਬੈਸਣਾ ਕਿਤੇ ਟਿਕ ਕੇ ਬੈਠ ਜਾਣਾ। ਏਕ ਲਿਵਤਾਰ, ਮਹਾਰਾਜ ਕਹਿੰਦੇ ਉੱਚੇ ਹੋਵੋ, ਉਡਾਰੀਆਂ ਮਾਰੋ, ਬੈਠਣਾ ਪਵੇ ਬੈਠੇ ਵੀ ਰਹੋ, ਬਸ ਇੱਕ ਚੀਜ਼ ਦਾ ਧਿਆਨ ਰੱਖੋ, ਏਕ ਲਿਵਤਾਰ, ਜਿਹੜੀ ਲਿਵ ਹੈ ਨਾ ਉਹ ਤਾਰ ਇੱਕ ਪਰਮਾਤਮਾ ਦੀ ਵੱਜਣੀ ਚਾਹੀਦੀ ਹੈ ਅੰਦਰ। ਬੈਠੇ ਹੋ ਤਾਂ ਵੀ ਉੱਡ ਰਹੇ ਹੋ, ਉਡਾਰੀਆਂ ਮਾਰ ਰਹੇ ਤਾਂ ਵੀ ਉਡਾਰੀਆਂ ਮਾਰਦੇ ਲੋਕ ਆਪਣੇ ਕਿਰਤ ਵਿਰਤ ਕਰਦੇ ਆ ਬਈ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਕਈ ਵਾਰੀ ਜਾਣਾ ਪੈਂਦਾ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਨਾਲ ਕਿਰਤ ਦਿੰਦਾ ਉਹ, ਇੱਥੇ ਨਹੀਂ ਤੈਨੂੰ ਉੱਥੇ ਜਾਣਾ ਪਊ, ਤੈਨੂੰ ਉੱਥੇ ਜਾਣਾ ਪਊ, ਕਈ ਵਾਰੀ ਹੁੰਦਾ ਐਸਾ। ਪਰ ਸਾਧ ਸੰਗਤ ਜੀ ਕਈ ਵਾਰੀ ਬੈਠਣਾ ਪੈ ਜਾਂਦਾ। ਹੁਣ ਬੈਠੇ ਹੀ ਆਪਾਂ ਸਾਰੇ, ਬਿਠਾਏ ਹੋਏ ਆ ਕੁਦਰਤ ਨੇ, ਉਹਨੇ ਬਿਠਾ ਕੇ ਰੱਖ ਰੱਖਿਆ, ਬੈਠੇ ਆ। ਜਾਂ ਜਦੋਂ ਥੋੜ੍ਹੀ ਜਿਹੀ ਖੁੱਲ੍ਹ ਮਿਲਦੀ ਆ, ਉਡਾਰੀਆਂ ਦੇਖੋ ਕਿਵੇਂ ਮਾਰਦੇ ਲੋਕ ਭੱਜਦੇ। ਮਹਾਰਾਜ ਕਹਿੰਦੇ ਕੈਸਾ ਵੀ ਮਾਹੌਲ ਆਵੇ, ਏਕ ਲਿਵਤਾਰ, ਇੱਕ ਵਾਹਿਗੁਰੂ ਦੀ ਲਿਵ ਨਿਰੰਤਰ ਇੱਕ ਤਾਰ ਗੁਰਸਿੱਖ ਦੇ ਹਿਰਦੇ 'ਚ ਵਸਣੀ ਚਾਹੀਦੀ ਹੈ। ਬਸ ਹਮੇਸ਼ਾ ਗੁਰ ਕੈ ਸ਼ਬਦ ਨਾਮ ਆਧਾਰ, ਗੁਰੂ ਦਾ ਸ਼ਬਦ ਨਾਮ ਦਾ ਆਸਰਾ, ਇਹ ਗੁਰਸਿੱਖ ਦੇ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ। ਗੁਰ ਕਾ ਸ਼ਬਦ, ਗੁਰ ਕਾ ਸ਼ਬਦ, ਗੁਰੂ ਦੇ ਸ਼ਬਦ ਦੇ ਰਾਹੀਂ, ਦੱਦੇ ਨੂੰ ਹੁਸ਼ਿਆਰੀ ਆ, ਗੁਰੂ ਦੇ ਸ਼ਬਦ ਦੇ ਰਾਹੀਂ ਨਾਮ ਦਾ ਆਧਾਰ ਆਸਰਾ ਮਿਲਦਾ। ਕੋਈ ਆਖੇ ਵੀ ਸਿੱਧਾ ਹੀ ਮੈਂ ਨਾਮ ਜਪ ਲਵਾਂ ਜਾਂ ਨਾਮ ਮਿਲ ਜਾਏ, ਇੱਦਾਂ ਨਹੀਂ। ਗੁਰ ਸ਼ਬਦ ਜੋ ਗੁਰਬਾਣੀ ਨੇ ਦੱਸਿਆ, ਜੋ ਗੁਰਬਾਣੀ ਕਹਿੰਦੀ ਆ ਆਹ ਨਾਮ ਹੈ, ਉਸ ਤਰੀਕੇ ਨਾਮ ਜਪਣਾ। ਆਪਣੇ ਆਪ ਨਹੀਂ, ਬਥੇਰੇ ਇੱਥੇ ਤੁਰੇ ਫਿਰੋਂਗੇ, ਬਥੇਰੇ ਨਾਮ ਦੇ ਨਾਲੇ ਮਿਲ ਜਾਣਗੇ, ਥੋੜ੍ਹੀ ਜਿਹੀ ਦੂਰ ਜਾਓਗੇ ਹਰੇਕ ਜਗ੍ਹਾ ਹੀ ਨਾਮ ਦੇਈ ਜਾਂਦਾ ਬੰਦਾ, ਕਹਿੰਦਾ ਨਾਮ ਲੈ ਲਓ, ਨਾਮ ਲੈ ਲਓ, ਵੰਡਦੇ ਫਿਰਦੇ ਆ, ਦੁਕਾਨਾਂ ਖੋਲ੍ਹੀਆਂ ਨੇ। ਪਰ ਨਹੀਂ, ਗੁਰ ਕਾ ਸ਼ਬਦ ਨਾਮ ਹੈ ਆਧਾਰ। ਗੁਰੂ ਦੇ ਸ਼ਬਦ ਦੇ ਰਾਹੀਂ, ਗੁਰਬਾਣੀ ਦੇ ਰਾਹੀਂ ਜੋ ਨਾਮ ਹੈ ਉਹ ਆਸਰਾ ਬਣਦਾ ਜੀਵਨ ਦਾ। ਗੁਰਸਿੱਖ ਨੂੰ ਉਹੀ ਬਣਾਉਣਾ ਚਾਹੀਦਾ ਆਸਰਾ। ਨਾ ਜਲ ਡੂੰਗਰ ਨਾ ਉੱਚੀ ਧਾਰ, ਫਿਰ ਜੀਵਨ ਇੱਕ ਰਸ ਹੋ ਜਾਂਦਾ। ਨਾ ਜਲ ਡੂੰਗਰ, ਨਾ ਜਲ, ਨਾ ਡੂੰਗਰ ਪਹਾੜ, ਨਾ ਉੱਚੀਆਂ ਧਾਰਾਂ। ਹੁਣ ਇਹਦਾ ਅੰਤਰੀ ਅਰਥ ਹੀ ਲੱਗਦਾ ਸਿੱਧਾ ਹੀ, ਕਹਿੰਦੇ ਨਾ ਜਲ, ਨਾ ਵਿਸ਼ਿਆਂ ਦਾ ਜਲ ਕੁਝ ਵਿਗਾੜ ਸਕਦਾ ਹੈ, ਨਾ ਡੂੰਗਰ, ਨਾ ਮੁਸੀਬਤਾਂ, ਡੂੰਗਰ ਹੁੰਦਾ ਪਹਾੜਾਂ ਨੂੰ, ਇਹ ਵੀ ਕੁਝ ਨਹੀਂ ਕਰ ਸਕਦੀਆਂ। ਨਾ ਉੱਚੀ ਧਾਰ, ਉੱਚੀਆਂ ਉੱਚੀਆਂ ਲਹਿਰਾਂ ਵਿਕਾਰਾਂ ਦੀਆਂ,
ਉਹ ਵੀ ਉਹਨਾਂ ਤੋਂ ਵੀ ਫਿਰ ਗੁਰੂ ਬਚਾ ਲੈਂਦਾ। ਨਿਜ ਘਰ ਵਾਸਾ, ਕਹਿੰਦੇ ਨਿਜ ਘਰ ਵਾਸਾ ਤਹਿ ਮਗ ਨਾ ਚਾਲਣ ਹਾਰ। ਕਹਿੰਦੇ ਫਿਰ ਗੁਰਸਿੱਖ ਦਾ ਆਪਣੇ ਨਿੱਜੀ ਘਰ 'ਚ ਵਾਸਾ ਹੋ ਜਾਂਦਾ ਹੈ। ਜੋ ਨਿੱਜੀ ਘਰ ਕੀ ਹੈ? ਨਿੱਜੀ ਘਰ ਹੈ ਆਪਣੀ ਸੁਰਤ, ਆਪਣਾ ਹਿਰਦਾ, ਆਪਣਾ ਨਿੱਜੀ ਸਰੂਪ ਹੈ ਜਿਹੜਾ। ਮਹਾਰਾਜ ਕਹਿੰਦੇ ਆਪਣੇ ਨਿੱਜੀ ਘਰ ਦੇ ਅੰਦਰ ਜਦੋਂ ਵਾਸਾ ਹੋ ਜਾਂਦਾ ਹੈ, ਤਹਿ ਮਗ ਨਾ ਚਾਲਣ ਹਾਰ। ਨਾ ਉੱਥੇ ਕੋਈ ਫਿਰ ਅੱਗੇ ਰਾਹ ਰਹਿ ਜਾਂਦਾ, ਨਾ ਉੱਥੇ ਕੋਈ ਚੱਲਣ ਵਾਲਾ ਰਹਿ ਜਾਂਦਾ। ਉਹ ਫਿਰ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ ਵਾਲੀ ਅਵਸਥਾ ਗੁਰਸਿੱਖ ਦੀ ਬਣ ਜਾਂਦੀ ਹੈ। ਜਿਤ ਘਰ ਵਸੈ ਤੂੰ ਹੈ ਬਿਧ ਜਾਣ ਹੈ, ਬੀਜੋ ਮਹਿਲ ਨਾ ਜਾਪੈ। ਜਿਤ ਘਰ ਵਸੈ ਤੂੰ ਹੈ ਬਿਧ ਜਾਣਾ। ਇਹ ਵਾਹਿਗੁਰੂ ਜਿਹੜੇ ਘਰ 'ਚ ਅਸੀਂ ਵਸਣਾ ਜਾਂ ਜਿੱਥੇ ਅਸੀਂ ਵਸੇ ਹਾਂ, ਉਹ ਉੱਥੇ ਵਸਣ ਦੀ ਉਹਦੀ ਵਿਧੀ ਤੂੰ ਹੀ ਜਾਣਦਾ, ਸਾਨੂੰ ਨਹੀਂ ਆਉਂਦੀ ਕਿਸ ਤਰੀਕੇ। ਬੀਜੋ ਮਹਿਲ ਨਾ ਜਾਪੈ। ਦੂਜੇ ਨੂੰ ਕਿਸੇ ਨੂੰ ਤੇਰੇ ਮਹਿਲ ਦਾ, ਤੇਰੇ ਟਿਕਾਣੇ ਦਾ ਕੋਈ ਪਤਾ ਹੀ ਨਹੀਂ। ਜਾਂ ਜਿਹੜਾ ਗੁਰਸਿੱਖ ਘਰ ਵਿੱਚ ਟਿਕ ਗਿਆ ਆਪਣੇ 'ਚ, ਉਹਨੂੰ ਫਿਰ ਦੂਜੇ ਮਹਿਲ ਦੀ ਕੋਈ ਜਪ ਨਹੀਂ ਰਹਿ ਜਾਂਦਾ, ਕੋਈ ਉਹਦੀ ਉਹ ਨਹੀਂ ਰਹਿ ਜਾਂਦੀ। ਦੂਜਾ ਜਣੀ ਦੇਵੀ ਦੇਵਤੇ ਤੇ ਆਦਿਕ ਦੀ ਕੋਈ ਮਨ ਦੇ ਵਿੱਚ ਭਗਤੀ ਰੂਪੀ ਜਾਪ ਨਹੀਂ ਰਹਿ ਜਾਂਦਾ, ਜਾਂ ਭਾਵਨਾ ਨਹੀਂ ਰਹਿ ਜਾਂਦੀ ਉਹਦੇ ਅੰਦਰ। ਉਹ ਤਾਂ ਇੱਕੋ ਹੀ ਪਰਮਾਤਮਾ ਨਾਲ ਜੁੜ ਜਾਂਦਾ ਹੈ। ਸਤਿਗੁਰ ਬਾਝੋ ਸਮਝ ਨਾ ਹੋਵੇ। ਪਰ ਇਹ ਸਮਝ ਸਤਿਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਸਮਝ ਦੇਣ ਵਾਲੇ ਗੁਰੂ ਹਨ। ਸਤਿਗੁਰ ਬਾਝੋ ਸਮਝ ਨਾ ਹੋਵੀ, ਸਭ ਜਗ ਦੱਬਿਆ ਛਾਪੈ। ਗੁਰੂ ਜੀ ਕਹਿੰਦੇ ਵਿਸ਼ੇ ਵਿਕਾਰਾਂ ਦੇ ਥੱਲੇ ਸਾਰਾ ਜਗ ਦੱਬਿਆ ਹੋਇਆ। ਛਾਪੈ ਜਾਣੀ ਉਹਦਾ ਭਾਰ ਹੈ ਉਹਦੇ ਉੱਤੇ ਸਾਰੇ ਜਗਤ ਦਾ। ਗੁਰੂ ਤੋਂ ਬਿਨਾਂ ਉਹ ਸਾਰੇ ਜੱਗ ਨੂੰ ਦੱਬੀ ਫਿਰਦੀ ਹੈ ਮਾਇਆ ਜਿਹੜੀ। ਉਹਦਾ ਛਾਪਾ, ਉਹਦਾ ਪ੍ਰਭਾਵ ਹਮੇਸ਼ਾ ਰਹਿੰਦਾ ਹੈ। ਛਾਪਾ ਜਿਵੇਂ ਕੋਈ ਚੀਜ਼ ਕਿਸੇ ਨਾਲ ਲੱਗ ਗਈ, ਚੀਜ਼ ਚਲੀ ਗਈ, ਪਰ ਉਹਦੀ ਛਾਪ ਪਿੱਛੇ ਰਹਿ ਜਾਂਦੀ। ਮਹਾਰਾਜ ਕਹਿੰਦੇ ਇੱਦਾਂ ਹੀ ਮਾਇਆ ਦਾ ਪ੍ਰਭਾਵ ਹਮੇਸ਼ਾ ਬਣਿਆ ਰਹਿੰਦਾ ਗੁਰੂ ਸ਼ਬਦ ਤੋਂ ਬਿਨਾਂ। ਕਾਰਨ ਪਲਾਵ ਕਰੈ ਬਿਲ ਲਾਤੋ, ਬਿਨ ਗੁਰ ਨਾਮ ਨਾ ਜਾਪੈ। ਬੜੇ ਕੀਰਨੇ ਪਾਉਂਦਾ ਹੈ, ਪਲਾਵ ਬਿਰਲਾਪ ਕਰਦਾ ਹੈ ਜਾਂ ਯਤਨ ਕਰਦਾ ਹੈ। ਬਿਲ ਲਾਤੋ, ਬਿਲ ਲਾਉਂਦਾ ਹੈ, ਤੜਫਦਾ ਹੈ। ਬਿਨ ਗੁਰੂ ਨਾਮ ਨਾ ਜਪੈ, ਪਰ ਬਿਨਾਂ ਗੁਰੂ ਤੋਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਨਾਮ ਜਪ ਨਹੀਂ ਹੁੰਦਾ। ਬੜੇ ਯਤਨ ਕਰਦਾ। ਮਹਾਰਾਜ ਕਹਿੰਦੇ ਕਰਨ ਪਲਾਵ ਕਰੈ ਬਿਲ ਲਾਤੋ। ਕਰਨ ਪਲਾਵ ਹੁੰਦਾ, ਕਰਨ ਕਹਿ ਦਿੰਦੇ ਆ ਕੀਰਨੇ ਨੂੰ, ਪਲਾਵ ਕਹਿ ਦਿੰਦੇ ਆ ਪਾਉਣ ਨੂੰ, ਜਾਂ ਪ੍ਰਲਾਪ ਹੁੰਦਾ ਪਾਉਣਾ, ਰੋਣਾ, ਰੋਵਾਂ ਝੀਣੀ ਬਾਣ, ਉੱਚੀ ਉੱਚੀ ਰੋਂਦਾ ਹੈ, ਬੜਾ ਦਰਦ ਮਹਿਸੂਸ ਕਰਦਾ। ਬਿਲ ਲਾਤੋ, ਬਿਲ ਲਾਉਂਦਾ ਹੈ, ਤੜਫਦਾ ਹੈ। ਬਿਨ ਗੁਰੂ ਨਾਮ ਨਾ ਜਾਪੈ। ਪਰ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ। ਰੋਈ ਜਾਏ। ਕਈਆਂ ਨੂੰ ਹੁੰਦਾ ਖੌਰੇ ਰੋਣ ਨਾਲ ਪਤਾ ਨਹੀਂ ਕੋਈ ਮਿਲ ਜਾਏਗਾ। ਨਾ, ਗੁਰੂ ਕਿਰਪਾ ਕਰਦਾ। ਜਦੋਂ ਗੁਰੂ ਕਿਰਪਾ ਕਰਦਾ, ਫਿਰ ਹੱਸਦਿਆਂ ਖੇਡਦਿਆਂ, ਤੁਰਦਿਆਂ ਫਿਰਦਿਆਂ, ਖਾਂਦਿਆਂ ਪਹਿਨਦਿਆਂ ਹੀ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਪੂਰਾ ਗੁਰੂ ਮਿਲਦਾ ਫਿਰ ਜੁਗਤੀ ਮਿਲਦੀ ਹੈ। ਹੱਸਦਿਆਂ ਖੇਡਦਿਆਂ, ਖਾਂਦਿਆਂ ਪੀਂਦਿਆਂ ਹੀ ਮੁਕਤ ਹੋ ਜਾਂਦਾ। ਕੋਈ ਜ਼ਰੂਰਤ ਨਹੀਂ ਵੀ ਤੁਸੀਂ ਲੰਮੇ ਲੰਮੇ ਹੌਂਕੇ ਲੈਂਦੇ ਹੋ ਜਾਂ ਰੋਣੇ ਹੈ। ਉਹ ਤੋਂ ਬਿਨਾਂ ਵੀ ਗੁਰੂ ਸਮਰੱਥਾ ਵਾਲਾ ਬਈ। ਗੁਰੂ ਕੀ ਨਹੀਂ ਦੇ ਸਕਦਾ? ਗੁਰੂ ਤਾਕਤ ਵਾਲਾ ਹੈ। ਤਾਂ ਮਹਾਰਾਜ ਕਹਿੰਦੇ ਜੇ ਗੁਰੂ ਧਾਰਨ ਕਰ ਲਿਆ, ਫਿਰ ਗੁਰੂ ਨੇ ਹਰੇਕ ਅਵਸਥਾ ਗੁਰੂ ਕੇ ਸਿੱਖ ਨੂੰ ਗੁਰੂ ਦੇ ਦਿੰਦਾ ਹੈ। ਪਲ ਪੰਕਜ ਮਹਿ ਨਾਮ ਛਡਾਏ, ਜੇ ਗੁਰ ਸ਼ਬਦ ਸੰਯਾਪੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਲ ਪੰਕਜ, ਇੱਕ ਪਲ ਕਿੰਨਾ ਕੁ ਹੁੰਦਾ? ਇੱਕ ਪਲ ਮਾਤਰ ਦੇ ਵਿੱਚ ਪੰਕਜ ਮਹਿ ਨਾਮ ਛਡਾਏ। ਇੱਕ ਪਲ ਜਿੰਨੇ ਕੁ ਸਮੇਂ ਦੇ ਵਿੱਚ ਨਾਮ ਹੈ ਬੰਦੇ ਨੂੰ ਛਡਾ ਦਿੰਦਾ। ਪੰਕਜ ਹੁੰਦਾ ਕਵਲ, ਪੰਕ ਹੁੰਦਾ ਚਿੱਕੜ, ਚਿੱਕੜ ਦੇ ਵਿੱਚ ਜਨਮ ਵਾਲਾ ਕਵਲ।
ਭਾਵ ਪਲ ਪੰਕਜ, ਜਿਵੇਂ ਉਹ ਹੁਣ ਇਹਦਾ ਜਿਹੜਾ ਅਰਥ ਹੈ ਇਹ ਲੱਛਣਾ ਬਿਰਤੀ ਦੇ ਰਾਹੀਂ ਲੱਗੂਗਾ। ਜਣੀ ਨੇਤਰ ਝਮਕਣ ਦੇ ਜਿੰਨੇ ਕੁ ਸਮੇਂ 'ਚ, ਜਿਵੇਂ ਇੱਕ ਅੱਖ ਝਪਕੀ ਦੀ ਹੁੰਦੀ ਹੈ ਪਲ ਮਾਤਰ, ਛਿਨ ਮਾਤਰ 'ਚ, ਜਿਵੇਂ ਜਿੰਨੇ ਕੁ ਸਮੇਂ ਦੇ ਵਿੱਚ ਨੇਤਰ ਖੋਲੀਦਾ ਅਤੇ ਬੰਦ ਕਰੀਦਾ, ਨਾਮ ਮਹਾਰਾਜ ਕਹਿੰਦੇ ਇੰਨੇ ਕੁ ਸਮੇਂ 'ਚ ਛਡਾ ਦਿੰਦਾ ਹੈ। ਪਲ ਪੰਕਜ ਮਹਿ ਨਾਮ ਛਡਾਏ, ਜੇ ਗੁਰ ਸ਼ਬਦ ਸੰਜਾਪੈ। ਜੇਕਰ ਕਿਤੇ ਜਗਿਆਸੂ ਗੁਰਸਿੱਖ ਗੁਰੂ ਦੇ ਸ਼ਬਦ ਨੂੰ ਪਹਿਚਾਣ ਲਏ, ਗੁਰੂ ਦੇ ਸ਼ਬਦ ਨਾਲ ਆਪਣੀ ਸਾਂਝ ਪਾ ਲਏ। ਇਹ ਗੁਰੂ ਜੀ ਨੇ ਬਖਸ਼ਿਸ਼ ਕੀਤੀ। ਇਹ ਅਸ਼ਟਪਦੀ ਹੈ ਵੱਡੀ। ਇਹਦੇ ਕੁਝ ਕੁ ਬੰਦ ਆਪਾਂ ਫਿਰ ਹੁਣ ਕੱਲ੍ਹ ਨੂੰ ਕਰਾਂਗੇ, ਕਿਉਂਕਿ ਕੁਝ ਗੱਲਾਂ ਇਸ ਅਸ਼ਟਪਦੀ ਦੇ ਵਿੱਚ ਐਸੀਆਂ ਸਨ ਸ਼ਬਦ ਦੀਆਂ ਕਿ ਜੋ ਬਹੁਤ ਜ਼ਰੂਰੀ ਨੁਕਤੇ ਸਨ ਸਾਨੂੰ ਸਮਝਣੇ। ਅਤੇ ਬਾਕੀ ਦਾ ਅਗਲਾ ਇਹਦਾ ਰਹਿੰਦੀ ਵਿਚਾਰ ਕੱਲ੍ਹ ਨੂੰ ਸੁਣਾਂਗੇ। ਸਮੇਂ ਦੀ ਸਮਾਪਤੀ। ਇਸੇ ਤਰ੍ਹਾਂ ਹੀ ਬੜੇ ਪ੍ਰੇਮ ਸਤਿਕਾਰ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਇਆ ਕਰੀਏ ਔਰ ਯਤਨ ਕਰਿਆ ਕਰੀਏ ਕਿ ਸਤਿਗੁਰੂ ਦੀ ਅੰਮ੍ਰਿਤਮਈ ਮਿੱਠੀ ਬਾਣੀ ਅੰਮ੍ਰਿਤ ਧਾਰਾ ਜਿਹਦੇ ਵਿੱਚ ਹੈ, ਉਸ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਿਆ ਕਰੀਏ। ਲਾਹੇ ਲਈਏ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਕਰਨ ਪਲਾਵ ਕਰੈ ਬਿਲ ਲਾਤੋ, ਬਿਨ ਗੁਰ ਨਾਮ ਨ ਜਾਪੈ। ਪਲ ਪੰਕਜ ਮਹਿ ਨਾਮ ਛਡਾਏ, ਜੇ ਗੁਰ ਸ਼ਬਦ ਸੰਜਾਪੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ